ਅਗਨਤ ਅਨੇਕੈ। ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀਤ ਹੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਸੁਖੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਰਦਾਨਾ ਪਹਿਲਾ। ਕਲ ਕਲਵਾਲੀ ਕਾਮਦ, ਮਨੁਆ ਪੀਵਣ ਹਾਰਾ। ਕ੍ਰੋਧ ਕਟੋਰੀ ਮੋਹਿ ਭਰੀ, ਪੀ ਲਾਵਾ ਹੰਕਾਰ। ਮਜਲਸ ਕੂੜੇ ਲੱਭ ਕੀ, ਪੀ ਪੀ ਹੋਏ ਖੁਆਰ। ਕਰਨੀ ਲਾਹਨ ਸਤਿਗੁਰ, ਸੱਚ ਸਰਾ ਕਰ ਸਾਰ। ਗੁਣ ਮੰਡੇ ਕਰ ਸੀਲ ਘਿਓ, ਸਰਮ ਮਾਸ ਆਹਾਰ। ਗੁਰਮੁਖ ਪਾਈਏ ਨਾਨਕਾ, ਖਾਧੇ ਜਾਏ ਬੇਕਾਰ। ਕਲ ਕਲਵਾਈ ਕਾਮਦ, ਮਨੁਆ ਪੀਵਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਨੇ ਮਹਾਨ ਰਹਿਮਤ ਕਰਕੇ, ਬਖਸ਼ਿਸ਼ ਕਰਕੇ ਸਤ ਸੰਗਤ ਦਾ ਸੁਭਾਗਾ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈ। ਆਪ ਸੰਗਤਾਂ ਵੱਡਿਆਂ ਭਾਗਾਂ ਵਾਲੇ ਬਣੇ ਹੋ, ਜੋ ਸਤ ਸੰਗਤ ਵਿੱਚ ਆ ਕੇ ਪ੍ਰਾਪਤ ਹੋਏ ਹੋ। ਸਤਿਗੁਰੂ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਨਾਮ ਬਾਣੀ ਦੀ ਵਰਖਾ ਕਰ ਰਹੇ ਨੇ। ਨਿਤਨੇਮ ਔਰ ਆਸਾ ਦੀ ਵਾਰ ਗੁਰਬਾਣੀ ਆਪਾਂ ਸਰਵਣ ਕੀਤੀ ਹੈ। ਇਸ ਵੇਲੇ ਸਤਿਗੁਰੂ ਜੀ ਸਾਨੂੰ ਲੜੀਵਾਰ ਗੁਰਬਾਣੀ ਵਿੱਚੋਂ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰਦੇ ਨੇ। ਜਿਵੇਂ ਮਹਾਰਾਜ ਜੀ ਅੱਜ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਆਓ ਕੁਝ ਸਮੇਂ ਲਈ ਆਪਣੇ ਸਰੀਰ ਨੂੰ, ਆਪਣੇ ਮਨ ਨੂੰ, ਆਪਣੇ ਧਿਆਨ ਨੂੰ ਟਿਕਾਈਏ ਗੁਰੂ ਚਰਨਾਂ ਦੇ ਵਿੱਚ। ਬੜੀ ਭਾਵਨਾ ਨਾਲ, ਸ਼ਰਧਾ ਨਾਲ ਸਤਿਗੁਰਾਂ ਦੇ ਅਗੰਮੀ ਬਚਨ, ਇਹ ਜੋ ਨਿਰੰਕਾਰ ਦੀ ਬਾਣੀ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਮੁਖ ਤੋਂ ਨਿਕਲੀ ਹੈ, ਇਸ ਨੂੰ ਸਰਵਣ ਕਰਕੇ ਆਪਣਾ ਸਮਾਂ ਤੇ ਆਪਣਾ ਜੀਵਨ ਸਫਲਾ ਬਣਾਈਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸ਼ਲੋਕ ਮਰਦਾਨਾ ਪਹਿਲਾ। ਨਾਨਕ ਦੇ ਪਾਤਸ਼ਾਹ ਜੀ ਇਸ ਸ਼ਲੋਕ ਨੂੰ ਬਖਸ਼ਿਸ਼ ਕਰਨ ਵਾਲੇ ਨੇ। ਭਾਈ ਸਾਹਿਬ ਭਾਈ ਮਰਦਾਨਾ ਜੀ ਜੋ ਸਤਿਗੁਰਾਂ ਦੇ ਸੇਵਕ ਸਨ, ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਇਹ ਸ਼ਰਾਬ ਜਿਹੜੀ ਹੈ ਸੰਸਾਰ ਦੇ ਲੋਕ ਪੀਂਦੇ ਨੇ, ਇਹ ਕਿਵੇਂ ਬਣਦੀ ਹੈ ਤੇ ਲੋਕ ਪੀਂਦੇ ਕਿਉਂ ਨੇ, ਅਤੇ ਪੀ ਕੇ ਫਿਰ ਲੋਕਾਂ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ, ਕਿਰਪਾ ਕਰਕੇ ਇਹਦੇ ਬਾਬਤ ਦੱਸੋ। ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਇਹ ਸਵਾਲ ਸੁਣ ਕੇ ਨਾ ਭਾਈ ਮਰਦਾਨਾ ਸਾਹਿਬ ਜੀਆਂ ਦਾ, ਤੇ ਇਹ ਸ਼ਬਦ ਮਹਾਰਾਜ ਨੇ ਉਚਾਰਿਆ, ਮਰਦਾਨਾ ਪਹਿਲਾ। ਭਾਈ ਮਰਦਾਨੇ ਨੂੰ ਉਪਦੇਸ਼ ਹੈ ਤੇ ਸ਼ਲੋਕ ਪਹਿਲੇ ਪਾਤਸ਼ਾਹ ਦਾ ਹੈ, ਗੁਰੂ ਨਾਨਕ ਸਾਹਿਬ ਜੀਆਂ ਦਾ। ਇਸ ਕਰਕੇ ਇੱਥੇ ਮਰਦਾਨਾ ਸ਼ਬਦ ਵਰਤਿਆ ਵੀ ਮਰਦਾਨੇ ਨੂੰ ਮੁੱਖ ਰੱਖ ਕੇ ਜਾਂ ਭਾਈ ਮਰਦਾਨੇ ਨਾਲ ਗੱਲਬਾਤ ਹੁੰਦਿਆਂ ਹੋਣ ਕਰਕੇ ਇਹ ਸ਼ਬਦ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਇਹ ਸ਼ਬਦ ਸਾਨੂੰ 553 ਅੰਗ ਦੇ ਉੱਪਰ ਅੱਜ ਬਖਸ਼ਿਸ਼ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਜੀਆਂ ਦਾ ਪਵਿੱਤਰ ਸ਼ਬਦ ਹੈ ਅਤੇ ਭਾਈ ਮਰਦਾਨਾ ਜੀ ਦੇ ਸਵਾਲ ਦਾ ਮਹਾਰਾਜ ਇੱਥੇ ਜਵਾਬ ਦਿੰਦੇ ਨੇ, ਤਾਂ ਮਹਾਰਾਜ ਜੀਆਂ ਨੇ ਮਰਦਾਨਾ ਇੱਥੇ ਸ਼ਬਦ ਲਿਖਿਆ ਹੈ। ਸੋ ਸ਼ਲੋਕ ਮਰਦਾਨਾ ਪਹਿਲਾ। ਸੋ ਸ਼ਲੋਕ ਗੁਰੂ ਨਾਨਕ ਸਾਹਿਬ ਜੀਆਂ ਦਾ, ਤੇ ਪਹਿਲੇ ਤੋਂ ਭਾਵ ਹੈ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ, ਅਤੇ ਭਾਈ ਮਰਦਾਨੇ ਦੇ ਸਵਾਲ ਨੂੰ ਲੈ ਕੇ ਮਹਾਰਾਜ ਉਹਦਾ ਜਵਾਬ ਉੱਤਰ ਦੇਣ ਲੱਗੇ ਨੇ। ਇਸ ਕਰਕੇ ਪਾਤਸ਼ਾਹ ਜੀ ਨੇ ਮਰਦਾਨਾ ਸ਼ਬਦ ਜਿਹੜਾ ਹੈ ਗੁਰੂ ਅਰਜਨ ਸਾਹਿਬ ਜੀਆਂ ਨੇ ਇੱਥੇ ਅੰਕਿਤ ਕੀਤਾ ਹੈ। ਕਲ ਕਲਵਾਲੀ ਕਾਮ ਮਦ ਮਨੁਆ ਪੀਵਨ ਹਾਰ। ਪਾਤਸ਼ਾਹ ਕਹਿਣ ਲੱਗੇ ਕਲਯੁਗ ਦੀ ਜੋ ਕਿਰਿਆ ਹੈ, ਕਲਯੁਗ ਦੀ ਕਿਰਿਆ ਕੀ ਹੈ? ਗੁਰੂ ਨਾਨਕ ਸਾਹਿਬ ਜੀਆਂ ਨੇ ਆਸਾ ਦੀ ਵਾਰ ਵਿੱਚ ਬਚਨ ਕੀਤਾ ਹੈ। ਕਹਿਣ ਲੱਗੇ ਭਾਈ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾਓ। ਇਹ ਹੈ ਕਲਯੁਗ ਦੀ ਕਿਰਿਆ। ਸਾਰਿਆਂ ਤੋਂ ਵੱਡਾ ਕਲਯੁਗ ਦਾ ਕੰਮ ਹੈ ਝੂਠ ਬੋਲਣਾ ਔਰ ਝੂਠ ਬੁਲਾਉਣਾ, ਕਿਉਂਕਿ ਜਿੱਥੇ ਝੂਠ ਬੋਲਿਆ ਜਾਏਗਾ ਉੱਥੇ ਕਲਯੁਗ ਹੈ, ਜਿੱਥੇ ਸੱਚ ਬੋਲਿਆ ਜਾਏਗਾ ਉੱਥੇ ਸਤਯੁਗ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਲਯੁਗ ਰਥ ਅਗਨ ਕਾ। ਹੁਣ ਅੱਗ ਜਿਹੜੀ ਹੈ ਨਾ, ਉਹਦੇ ਵਿੱਚ ਜਿੰਨੇ ਮਰਜ਼ੀ ਲੱਕੜਾਂ ਤੁਸੀਂ ਪਾਈ ਜਾਓ, ਅੱਗ ਨੇ ਕਦੇ ਨਹੀਂ ਆਖਣਾ ਵੀ ਮੈਂ ਰੱਜ ਗਈ ਹਾਂ ਮੈਨੂੰ ਹੋਰ ਲੱਕੜਾਂ ਨਾ ਪਾਓ। ਉਹਨੇ ਆਖਣਾ ਜਿੰਨੀਆਂ ਮਰਜ਼ੀ ਭਾਵੇਂ ਸਾਰੀ ਦੁਨੀਆ ਦੀ ਲੱਕੜ ਪਾ ਦਿਓ, ਮੈਨੂੰ ਰੱਜ ਕੋਈ ਨਹੀਂ ਆਇਆ। ਸਤਿਗੁਰੂ ਕਹਿੰਦੇ ਕਲਯੁਗ ਦਾ ਸਮਾਂ ਨਾ ਅੱਗ ਵਰਗਾ ਹੈ। ਇਸ ਸਮੇਂ ਦੇ ਵਿੱਚ ਕੋਈ ਬੰਦਾ ਇਹ ਨਹੀਂ ਆਖੇਗਾ ਵੀ ਮੈਨੂੰ ਬੜਾ ਰੱਜ ਆ ਗਿਆ, ਮੈਨੂੰ ਹੋਰ ਨਹੀਂ ਕੁਝ ਚਾਹੀਦਾ। ਤੇ ਇਸ ਕਲਯੁਗ ਨੂੰ ਚਲਾਉਣ ਵਾਲਾ ਹੈ ਝੂਠ। ਝੂਠ ਉਹਦਾ ਡਰਾਈਵਰ ਬਣਿਆ, ਪਾਇਲਟ ਬਣਿਆ ਹੋਇਆ, ਝੂਠ ਚਲਾਉਂਦਾ ਕਲਯੁਗ ਨੂੰ। ਕੂੜ ਅੱਗੇ ਰਥ ਵਾਹੋ, ਉਹਦਾ ਰਥ ਨੂੰ ਚਲਾਉਣ ਵਾਲਾ ਝੂਠ ਹੈ। ਇਹ ਹੈ ਕਲਯੁਗ ਦੀ ਕਿਰਿਆ। ਨਾ ਮਨੁੱਖ ਰੱਜੇਗਾ, ਨਾ ਝੂਠ ਬੋਲਣ ਤੋਂ ਹਟੇਗਾ। ਤੇ ਸਤਿਗੁਰੂ ਨਾਨਕ ਦੇਵ ਇੱਥੇ ਕਹਿ ਰਹੇ ਨੇ, ਕਹਿਣ ਲੱਗੇ ਕਲ ਕਲ ਵਾਲੀ। ਇਹ ਜਿਹੜਾ ਕਲਯੁਗ ਦਾ ਸਮਾਂ ਹੈ, ਕਲਯੁਗ ਦੀ ਕਿਰਿਆ ਹੈ, ਇਹ ਤੇ ਝੂਠ ਹੈ, ਇਹ ਤੇ ਭੁੱਖ ਹੈ। ਤੇ ਕਾਮ ਮਦ, ਕਾਮ ਵਾਸ਼ਨਾ ਰੂਪੀ ਸ਼ਰਾਬ ਹੈ। ਹੁਣ ਕਲਯੁਗ ਦੀ ਕਿਰਿਆ ਹੈ ਝੂਠ, ਉੱਤੋਂ ਸ਼ਰਾਬ ਜਿਹੜੀ ਉਹ ਕਾਮ ਦੀ ਹੈ। ਲੋਕਾਂ ਨੂੰ ਕਾਮ ਦਾ ਹੀ ਨਸ਼ਾ ਚੜਿਆ ਹੋਇਆ। ਜਿਵੇਂ ਸ਼ਰਾਬੀ ਨੂੰ ਨਹੀਂ ਨਾ ਪਤਾ ਲੱਗਦਾ ਵੀ ਇਹ ਮੇਰਾ ਆਪਣਾ ਹੈ ਕਿ ਬਗਾਨਾ, ਕਿਸੇ ਨੂੰ ਮੰਦਾ ਬੋਲਦਾ, ਕਿਸੇ ਨੂੰ ਚੰਗਾ ਬੋਲਦਾ, ਕਿਸੇ ਤੋਂ ਕੁੱਟ ਖਾਂਦਾ, ਕਿਸੇ ਨੂੰ ਕੁੱਟ ਦਿੰਦਾ, ਅਧੋਗਤੀ ਕਰਾਉਂਦਾ, ਅਪਮਾਨ ਕਰਾਉਂਦਾ। ਸ਼ਰਾਬ ਦਾ ਨਸ਼ਾ ਇਸ ਤਰ੍ਹਾਂ ਦਾ। ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਭਾਈ ਕਾਮ ਦਾ ਵੀ ਨਸ਼ਾ ਹੈ। ਕਾਮ ਦੇ ਵਿੱਚ ਮਸਤ ਹੋਇਆ, ਵਿਕਾਰਾਂ ਵਿੱਚ ਮਸਤ ਹੋਇਆ ਜਿਹੜਾ ਨਾ ਰਿਸ਼ਤੇ ਨੂੰ ਨਹੀਂ ਸਮਝਦਾ ਹੈ। ਆਪਾਂ ਰੋਜ਼ ਪੜ੍ਹਦੇ ਆ ਨਾ ਅਖਬਾਰਾਂ 'ਤੇ, ਟੈਲੀਵਿਜ਼ਨਾਂ 'ਤੇ ਰੋਜ਼ ਸੁਣਦੇ ਹਾਂ ਕਿ ਫਲਾਣੀ ਥਾਂ 'ਤੇ ਰਿਸ਼ਤੇ ਤਾਰੋ ਤਾਰ ਹੋ ਗਿਆ, ਖਰਾਬ ਹੋ ਗਿਆ, ਰਿਸ਼ਤੇ ਭ੍ਰਿਸ਼ਟ ਕਰ ਦਿੱਤੇ। ਉਹ ਕਾਮ ਦੇ ਵਿੱਚ ਇੰਨਾ ਮਸਤ ਹੋਇਆ ਉਹਨੂੰ ਰਿਸ਼ਤੇ ਦਾ ਪਤਾ ਹੀ ਨਹੀਂ ਲੱਗਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਲਯੁਗ ਦੀ ਕਿਰਿਆ ਕਾਮ ਰੂਪੀ ਸ਼ਰਾਬ ਹੈ। ਮਨੁਆ ਪੀਵਨ ਹਾਰ, ਤੇ ਮਨ ਹੈ ਪੀਣ ਵਾਲਾ। ਜਿਵੇਂ ਸ਼ਰਾਬ ਦੀ ਪਿਆਲੀ ਭਰੀ ਹੋਵੇ ਤੇ ਬੰਦਾ ਪੀਂਦਾ, ਇੱਥੇ ਬੰਦੇ ਦਾ ਮਨ ਪੀਂਦਾ ਪਿਆ। ਕੀ ਪੀਂਦਾ ਪਿਆ ਹੈ? ਕਾਮ ਦੀ ਸ਼ਰਾਬ। ਤੇ ਸਮਾਂ ਕਿਹੜਾ ਹੈ? ਝੂਠ ਦਾ ਸਮਾਂ ਹੈ। ਐਸਾ ਸਮਾਂ ਬਣਿਆ ਹੋਇਆ ਹੈ। ਕ੍ਰੋਧ ਕਟੋਰੀ ਮੋਹਿ ਭਰੀ ਪੀ ਲਾਵਾ ਹੰਕਾਰ। ਪਾਤਸ਼ਾਹ ਕਹਿਣ ਲੱਗੇ ਕਟੋਰੀ ਕਿਹੜੀ ਹੈ ਜਿਹਦੇ ਵਿੱਚ ਪਾਇਆ ਹੋਇਆ? ਕ੍ਰੋਧ ਦੀ ਕਟੋਰੀ ਹੈ। ਬੰਦੇ ਦਾ ਸਰੀਰ ਕ੍ਰੋਧ ਨਾਲ ਭਰਿਆ ਹੀ ਪਿਆ ਹੈ।
ਤੁਸੀਂ ਰਸਤੇ 'ਤੇ ਕਿਤੇ ਲੰਘਦੇ ਪਏ ਹੋ, ਜਾਂਦੇ ਪਏ ਹੋ, ਜੇ ਤੁਸੀਂ ਕਿਸੇ ਤੋਂ ਅੱਗੇ ਲੰਘ ਗਏ ਤਾਂ ਅਗਲੇ ਨੂੰ ਗੁੱਸਾ, ਪਿੱਛੇ ਲੱਗ ਗਏ ਤਾਂ ਗੁੱਸਾ। ਸੜਕ 'ਤੇ ਜਾ ਕੇ, ਰੋਡ 'ਤੇ ਜਾ ਕੇ, ਆਉਂਦਿਆਂ ਜਾਂਦਿਆਂ ਸਫ਼ਰ 'ਤੇ ਜਾ ਕੇ ਵੇਖੋ ਦੁਨੀਆ ਕਿੰਨੀ ਕ੍ਰੋਧ ਦੀ ਭਰੀ ਪਈ ਹੈ। ਉਹ ਤਾਂ ਦੂਰ ਦੀ ਗੱਲ ਹੈ, ਬੇਗਾਨਾ ਹੈ। ਤੂੰ ਆਪਣੇ ਪਰਿਵਾਰ ਵੱਲ ਹੀ ਵੇਖ, ਨਾ ਬੱਚਾ ਗੱਲ ਸੁਣਨ ਨੂੰ ਤਿਆਰ ਹੈ, ਨਾ ਬਜ਼ੁਰਗ ਗੱਲ ਸੁਣਨ ਨੂੰ ਤਿਆਰ ਹੈ। ਕ੍ਰੋਧ ਇੰਨਾ ਭਰਿਆ ਪਿਆ ਵੀ ਕ੍ਰੋਧ ਦੇ ਨਾਲ ਜੀਵ ਭਰੇ ਹੋਏ ਨੇ। ਪਾਤਸ਼ਾਹ ਕਹਿਣ ਲੱਗੇ ਕ੍ਰੋਧ ਕਟੋਰੀ, ਸ਼ਰਾਬ ਨੂੰ ਪੀਣ ਵਾਲੀ ਜਿਹੜੀ ਕਟੋਰੀ ਹੈ ਨਾ, ਉਹ ਕ੍ਰੋਧ ਦੀ ਹੈ। ਇੰਨਾ ਕ੍ਰੋਧ ਹੈ ਬੰਦੇ ਦੇ ਅੰਦਰ। ਤੇ ਮੋਹੇ ਭਰੀ, ਮੋਹ ਰੂਪੀ ਸੁਰਾਈ ਹੈ ਜਿਹਦੇ ਵਿੱਚ ਸ਼ਰਾਬ ਪਾਈ ਹੈ। ਤੇ ਪਾਤਸ਼ਾਹ ਕਹਿਣ ਲੱਗੇ ਪਿਲਾਵਾ ਕੌਣ ਹੋ ਰਿਹਾ? ਪਿਲਾਉਣ ਕਿਉਂ ਦਿਆ? ਹੰਕਾਰ ਪਿਲਾਉਂਦਾ ਪਿਆ। ਕਲਯੁਗ ਦੀ ਕਿਰਿਆ ਵੇਖੋ ਕਿਹੋ ਜਿਹੀ ਹੈ। ਕਾਮ ਰੂਪੀ ਤੇ ਸ਼ਰਾਬ ਹੈ। ਤੇ ਪਾਤਸ਼ਾਹ ਕਹਿਣ ਲੱਗੇ ਇਸੇ ਤਰ੍ਹਾਂ ਮਨੁਆ ਜਿਹੜਾ ਇਹਨੂੰ ਮਨ ਪੀਣ ਵਾਲਾ ਕਾਮ ਦੀ ਸ਼ਰਾਬ ਨੂੰ, ਤੇ ਪਾਤਸ਼ਾਹ ਕਹਿਣ ਲੱਗੇ ਕ੍ਰੋਧ ਰੂਪੀ ਕਟੋਰੀ ਹੈ ਅਤੇ ਮੋਹ ਦੀ ਸੁਰਾਈ ਦੇ ਵਿੱਚ ਭਰੀ ਪਈ ਹੈ, ਅਤੇ ਹੰਕਾਰ ਇਸ ਸ਼ਰਾਬ ਨੂੰ ਪਿਉਣ ਵਾਲਾ। ਭਾਈ ਮਰਦਾਨਿਆ ਇਹੋ ਜਿਹਾ ਸਮਾਂ ਚੱਲਦਾ ਪਿਆ ਹੈ। ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ। ਕੂੜੇ ਬੰਦੇ ਨੇ ਨਾ, ਝੂਠੇ ਜਾਂ ਲੱਭ ਕਹੀਏ ਲੱਭੀ ਨੇ, ਉਹਨਾਂ ਦੀ ਸਭਾ ਬਣੀ ਹੋਈ ਹੈ। ਸਭਾ ਕਿਹਨਾਂ ਦੀਆਂ ਬਣ ਗਈਆਂ? ਜਥੇਬੰਦੀਆਂ ਕਿਹਨਾਂ ਨੇ ਬਣਾ ਲਈਆਂ? ਆਪਸ ਵਿੱਚ ਧੜੇ ਕਿਹਨਾਂ ਨੇ ਬਣਾ ਲਿਆ? ਜਿਹੜੇ ਬੰਦੇ ਕੂੜੇ ਝੂਠੇ ਨੇ। ਕਲਯੁਗ ਦਾ ਸਮਾਂ ਹੀ ਇਹੋ ਜਿਹਾ ਹੋਵੇਗਾ, ਝੂਠੇ ਬੰਦਿਆਂ ਦੀ ਪਾਰਟੀ ਹੋਵੇਗੀ, ਗੈਂਗ ਹੋਵੇਗੀ। ਤੇ ਪਾਰਟੀ ਹੋਵੇਗੀ ਉਹਨਾਂ ਲੋਕਾਂ ਦੀ ਜਿਹੜੇ ਲੱਭੀ ਹੋਣਗੇ, ਲੱਭ ਦੇ, ਲੋਭ ਦੇ ਭਰੇ ਹੋਏ। ਲੋਭੀ ਬੰਦਿਆਂ ਨੇ ਆਪਣਾ ਗਰੁੱਪ ਬਣਾ ਲਿਆ, ਆਪਣੀ ਸੁਸਾਇਟੀ ਬਣਾ ਲਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਮਰਦਾਨਾ ਜੀ, ਕਲਯੁਗ ਦਾ ਸਮਾਂ ਹੀ ਇਹੋ ਜਿਹਾ ਹੈ, ਇਹਦੇ ਵਿੱਚ ਝੂਠੇ ਤੇ ਲੋਭੀ ਬੰਦਿਆਂ ਦੀ ਸਭਾ ਵੱਖਰੀ ਹੋਵੇਗੀ। ਉਹ ਕਹਿਣਗੇ ਚਲੋ ਆਪਾਂ ਵੱਖਰੇ ਜਾ ਕੇ ਬੈਠੀਏ, ਆਪਣੀ ਇਹਨਾਂ ਨਾਲ ਕੋਈ ਨਹੀਂ ਬਣਦੀ ਹੈ। ਲੋਭੀ ਬੰਦਾ ਕਿਸੇ ਸਾਧੂ ਕੋਲ ਨਹੀਂ ਬੈਠੇਗਾ, ਕਿਸੇ ਸਤ ਸੰਗਤ ਵਿੱਚ ਨਹੀਂ ਬੈਠੇਗਾ, ਭਲੀ ਜਗ੍ਹਾ 'ਤੇ ਨਹੀਂ ਬੈਠੇਗਾ। ਇਸੇ ਤਰ੍ਹਾਂ ਝੂਠਾ ਬੰਦਾ ਵੀ ਜਿਹੜਾ ਝੂਠਿਆਂ ਵਿੱਚ ਜਾ ਕੇ, ਜਿਵੇਂ ਕਾਵਾਂ ਵਿੱਚ ਜਾ ਕੇ ਬੈਠਦਾ ਨਾ, ਗੰਦਗੀ ਵਿੱਚ ਉਂਝ ਮਾਰ ਕੇ ਉਹਨੂੰ ਸਵਾਦ ਆਉਂਦਾ, ਇਸੇ ਤਰ੍ਹਾਂ ਝੂਠੇ ਤੇ ਲੋਭੀ ਬੰਦੇ ਜਿਹੜੇ ਨੇ ਉਹਨਾਂ ਵਿੱਚ ਜਾ ਕੇ ਬੈਠਣਗੇ ਜਿੱਥੇ ਉਹਨਾਂ ਨੂੰ ਆਪਣੇ ਵਰਗੀ ਸੰਗਤ ਮਿਲੇਗੀ। ਤੇ ਆਪਾਂ ਆਮ ਹੀ ਵੇਖਦੇ ਨਾ ਕਿਸੇ ਸਮਾਗਮ ਤੇ ਜਿਹੜੇ ਗੁਰਮੁਖ ਹੁੰਦੇ, ਅੰਮ੍ਰਿਤਧਾਰੀ, ਗੁਰੂ ਕੀ ਬਾਣੀ ਪੜ੍ਹਨ ਵਾਲੇ, ਉਹ ਇੱਕ ਜਗ੍ਹਾ ਤੇ ਬੈਠੇ ਨੇ, ਦੂਜੇ ਪਾਸੇ ਖਾਣ ਪੀਣ ਵਾਲੇ ਵੱਖਰੀਆਂ ਕੁਰਸੀਆਂ ਡਾਹ ਕੇ ਬੈਠੇ। ਕਹਿੰਦੇ ਸਾਡੀ ਤੁਹਾਡੇ ਨਾਲ ਰਾਸ ਨਹੀਂ ਰਲਦੀ। ਕਾਰਨ ਇਹ ਹੈ ਵੀ ਕਾਂ ਨੇ ਤੇ ਗੰਦ ਵਿੱਚ ਹੀ ਜਾ ਕੇ ਬੈਠਣਾ, ਗੰਦ ਵਾਲਿਆਂ ਕੋਲ ਹੀ ਜਾ ਕੇ ਬੈਠਣਾ। ਸਤਿਗੁਰੂ ਪਾਤਸ਼ਾਹ ਫਰਮਾਉਂਦੇ, ਕਹਿਣ ਲੱਗੇ ਭਾਈ ਇੱਥੇ ਤੇ ਸਭਾ ਜਿਹੜੀ ਕਚਹਿਰੀ ਹੈ ਨਾ, ਝੂਠਿਆਂ ਤੇ ਲੋਭੀਆਂ ਦੀ ਬਣੀ ਹੋਈ ਹੈ। ਤੇ ਝੂਠੇ ਤੇ ਲੋਭੀ ਪੁਰਸ਼ ਜਿਹੜੇ ਨੇ ਕਾਮ ਦੀ ਸ਼ਰਾਬ ਨੂੰ ਪੀ ਪੀ ਕੇ ਖਰਾਬ ਹੋ ਰਹੇ ਹਨ। ਕਰਨੀ ਲਾਹਣ ਸਤਿਗੁਰ ਸੱਚ ਸਰਾ ਕਰ ਸਾਰ। ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਨੇ ਪੁੱਛਿਆ, ਮਹਾਰਾਜ ਇਹ ਤੇ ਵਕਾਰੀ ਬੰਦਿਆਂ ਦੀ ਗੱਲ ਕੀਤੀ ਹੈ, ਖੂਹ ਵਿੱਚ ਡਿੱਗਣ ਵਾਲਿਆਂ ਦੀ ਗੱਲ ਕੀਤੀ ਹੈ, ਗੁਰਮੁਖ ਵੀ ਕੋਈ ਗੁਰਮੁਖਾਂ ਦੇ ਜੀਵਨ ਬਾਰੇ ਦੱਸੋ, ਜਿਨ੍ਹਾਂ ਨੇ ਗੁਰਮੁਖਾਂ ਨੇ ਅੰਮ੍ਰਿਤ ਨੂੰ ਪੀਤਾ ਹੈ, ਉਹਨਾਂ ਬਾਰੇ ਆਪ ਜੀ ਕਿਰਪਾ ਕਰੋ। ਤੇ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਭਾਈ ਮਰਦਾਨਾ ਜੀ, ਕਰਨੀ ਲਾਹਨ, ਗੁਰਮੁਖ ਜਿਹੜੇ ਨੇ ਨਾ, ਉਹਨਾਂ ਦੇ ਕੋਲ ਜਿਹੜੀ ਚੰਗੀ ਸ੍ਰੇਸ਼ਟ ਕਰਨੀ ਹੈ, ਇਹ ਹੈ ਮਟ, ਇਹ ਹੈ ਮੱਟੀ ਜਿਹਦੇ ਵਿੱਚ ਸ਼ਰਾਬ ਪਾਈ ਹੈ। ਗੁਰਮੁਖ ਕਿਹੜੀ ਸ਼ਰਾਬ ਪੀਂਦੇ ਨੇ, ਕਿਹੜੀ ਸ਼ਰਾਬ ਬਣਾਉਂਦੇ ਨੇ? ਸਾਰਿਆਂ ਤੋਂ ਪਹਿਲਾਂ ਗੁਰਮੁਖਾਂ ਦੀ ਨਿਸ਼ਾਨੀ ਇਹ ਹੈ ਵੀ ਉਹਨਾਂ ਦੀ ਸ੍ਰੇਸ਼ਟ ਕਰਨੀ ਹੁੰਦੀ ਹੈ, ਨਿਸ਼ਕਾਮ ਕਰਮਾਂ ਨੂੰ ਕਰਦੇ ਨੇ। ਇਹ ਨਹੀਂ ਵੀ ਇੱਕ ਬਾਣੀ ਦਾ ਪਾਠ ਕੀਤਾ, ਇੱਕ ਵਾਰੀ ਵਾਹਿਗੁਰੂ ਆਖਿਆ, ਇੱਕ ਵਾਰੀ ਝਾੜੂ ਫੇਰਿਆ, ਇੱਕ ਵਾਰੀ ਬਰਤਨ ਮਾਂਜਿਆ, ਇੱਕ ਵਾਰੀ ਸੰਗਤ ਵਿੱਚ ਗਿਆ ਤੇ ਆਖਿਆ ਰੱਬਾ ਮੈਨੂੰ ਇਹ ਦੇ ਦੇ। ਨਹੀਂ, ਗੁਰਮੁਖਾਂ ਦੀ ਚਾਲ ਨਿਰਾਲੀ ਹੈ ਨਾ, ਭਗਤਾਂ ਕੀ ਚਾਲ ਨਿਰਾਲੀ, ਬਚਨ ਪੜ੍ਹਦੇ ਆ। ਗੁਰਮੁਖਾਂ ਦੀ ਸੋਚ ਵੱਖਰੀ ਹੈ। ਮਹਾਰਾਜ ਕਹਿਣ ਲੱਗੇ ਉਹ ਨਿਸ਼ਕਾਮ ਜਿਹੜੇ ਕਰਮ ਕਰਨੇ ਨੇ, ਇਹ ਉਹਨਾਂ ਨੇ ਮੱਟੀ ਬਣਾਈ ਹੈ, ਉਹਨਾਂ ਦੇ ਤੇ ਭਾਂਡਾ ਹੀ ਵੱਖਰਾ ਬਣਾਇਆ ਪਿਆ। ਇੱਧਰ ਆਪਾਂ ਬਚਨ ਪੜ੍ਹਿਆ ਸੀ, ਮਹਾਰਾਜ ਕਹਿਣ ਲੱਗੇ ਭਾਈ ਇੱਧਰ ਤੇ ਕ੍ਰੋਧ ਹੈ, ਇੱਧਰ ਤੇ ਮੋਹ ਰੂਪੀ ਮੱਟੀ ਹੈ ਨਾ, ਗੁਰਮੁਖਾਂ ਨੇ ਮੱਟੀ ਬਣਾਈ ਹੈ ਨਿਸ਼ਕਾਮ ਕਰਮਾਂ ਦੀ। ਕਰਮ ਜੇ ਕਰਨਾ ਜ਼ਰੂਰ ਹੈ, ਭਲੇ ਦਾ ਦਾਨ ਵੀ ਕਰਨਾ, ਪੁੰਨ ਵੀ ਕਰਨਾ, ਭਲਾ ਵੀ ਕਰਨਾ, ਪਰਉਪਕਾਰ ਵੀ ਕਰਨਾ, ਪਰ ਕਰਨਾ ਨਿਸ਼ਕਾਮ ਹੋ ਕੇ ਹੈ, ਕਿਸੇ ਨੂੰ ਜਨਾਉਣਾ ਨਹੀਂ। ਭਾਈ ਮੀਹਾਂ ਗੁਰੂ ਕਾ ਸਿੱਖ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਗਏ ਨਾ ਧਮਧਾਨ ਸਾਹਿਬ ਦੀ ਧਰਤੀ ਤੇ
ਤੇ ਇੱਥੋਂ ਬਹੁਤੇ ਲੋਕਾਂ ਨੇ ਮਹਾਰਾਜ ਦਾ ਸਤਿਕਾਰ ਨਹੀਂ ਕੀਤਾ, ਮਹਾਰਾਜ ਨੂੰ ਆਇਆ ਬਹੁਤਾ ਨਹੀਂ ਜਾਣਿਆ। ਤੇ ਭਾਈ ਮੀਹਾਂ ਇੱਥੋਂ ਦੇ ਰਹਿਣ ਵਾਲਾ, ਉਹਨੇ ਵੇਖਿਆ ਵੀ ਮਹਾਰਾਜ ਬੈਠੇ ਨੇ ਆ ਕੇ, ਇੱਥੇ ਪਾਣੀ ਦੀ ਬੜੀ ਲੋੜ ਹੈ, ਤੇ ਮਹਾਰਾਜ ਵਾਸਤੇ ਨਾ ਪਾਣੀ ਦੀਆਂ ਗਾਗਰਾਂ ਭਰ ਭਰ ਕੇ ਲੈ ਕੇ ਆਉਂਦਾ, ਸਿਰ ਤੇ ਰੱਖ ਕੇ। ਤੇ ਮੁੰਜ ਦੀ ਰੱਸੀ ਦਾ ਇਨੂੰ ਬਣਾਇਆ, ਤੇ ਜਦੋਂ ਗਾਗਰ ਰੱਖਦਾ ਨਾ ਸਿਰ ਤੇ, ਤੇ ਇਨੂੰ ਘਸ ਘਸ ਕੇ ਸਿਰ ਤੇ ਜ਼ਖਮ ਹੋ ਗਿਆ। ਹੁਣ ਸਿਰ ਵਿੱਚ ਜ਼ਖਮ ਹੋ ਗਿਆ, ਉੱਪਰੋਂ ਘੜੇ ਦਾ ਪਾਣੀ, ਗਾਗਰ ਦਾ ਪਾਣੀ ਵੀ ਡੁੱਲਦਾ, ਮਾਸ ਕੂਲਾ ਹੋ ਗਿਆ, ਨਰਮ ਹੋ ਗਿਆ, ਤੇ ਹੋਰ ਜ਼ਖਮ ਡੂੰਘਾ ਹੁੰਦਾ ਗਿਆ। ਜ਼ਖਮ ਦੀ ਪਰਵਾਹ ਨਹੀਂ ਕੀਤੀ, ਮੈਂ ਕਰਨੀ ਹੈ, ਨਿਸ਼ਕਾਮ। ਦੱਸਿਆ ਨਹੀਂ ਕਿਸੇ ਨੂੰ ਵੀ ਮਹਾਰਾਜ ਮੈਂ ਪਾਣੀ ਲਿਆਉਂਦਾ ਤੇ ਵੇਖੋ ਸਿਰ ਵਿੱਚ ਜ਼ਖਮ ਹੋ ਗਿਆ, ਜਾਂ ਮੈਂ ਪਾਣੀ ਲਿਆਉਂਦਾ ਮੈਨੂੰ ਇਹ ਕੁਝ ਮਿਲੇ। ਕਹਿਣ ਲੱਗੇ ਸਮਾਂ ਲੰਘਦਾ ਗਿਆ, ਸਮਾਂ ਇਹੋ ਜਿਹਾ ਬਣ ਗਿਆ ਵੀ ਭਾਈ ਮੀਂਹ ਦੇ ਸਿਰ ਵਿੱਚ ਕਿਰਮ ਚੱਲ ਗਿਆ, ਕੀੜੇ ਚੱਲ ਗਏ ਨਿੱਕੇ ਨਿੱਕੇ। ਪਰ ਘੁੱਟ ਕੇ ਉਹਨੇ ਸਿਰ ਤੇ ਕੱਪੜਾ ਬੰਨ੍ਹ ਲੈਣਾ, ਉੱਪਰ ਬਿੰਨੂ ਰੱਖਿਆ ਹੋਇਆ, ਮੁੰਜ ਦੀ ਰੱਸੀ ਦਾ ਬਣਾਇਆ ਹੋਇਆ, ਉੱਪਰ ਗਾਗਰ ਰੱਖੀ, ਪਾਣੀ ਲਈ ਆਉਂਦਾ। ਕਿਰਮ ਇੱਕ ਤੋਂ ਬਾਅਦ ਦੋ, ਦੋ ਤੋਂ ਬਾਅਦ ਚਾਰ ਵੱਧਦੇ ਗਏ। ਇੱਕ ਦਿਨ ਕੀ ਹੋਇਆ, ਭਾਈ ਸਾਹਿਬ ਜੀਆਂ ਨੇ ਜਦੋਂ ਗਾਗਰ ਲਿਆ ਕੇ ਪਾਣੀ ਦੀ ਰੱਖੀ, ਤੇ ਸਿਰ ਦੇ ਵਿੱਚੋਂ ਕੁਝ ਕਿਰਮ ਧਰਤੀ ਤੇ ਡਿੱਗ ਪਏ। ਮਨ ਵਿੱਚ ਸੋਚਿਆ ਇਹਨਾਂ ਕਿਰਮਾਂ ਦਾ, ਕੀੜਿਆਂ ਦਾ ਭੋਜਨ ਤੇ ਮੇਰੇ ਸਿਰ ਵਿੱਚ, ਸਿਰ ਦਾ ਮਾਸ ਹੈ, ਧਰਤੀ ਤੇ ਡਿੱਗ ਪਿਆ ਤੇ ਮਰ ਜਾਣਗੇ। ਉਹਨਾਂ ਕਿਰਮਾਂ ਨੂੰ ਚੁੱਕ ਕੇ ਫਿਰ ਆਪਣੇ ਸਿਰ ਵਿੱਚ ਰੱਖ ਲਿਆ ਵੀ ਮੇਰੇ ਸਿਰ ਦੇ ਮਾਸ ਨੂੰ ਹੀ ਖਾਓ। ਜਦੋਂ ਭਾਈ ਮੀਹਾਂ ਜੀ ਨੇ ਇਹ ਕੰਮ ਕੀਤਾ ਨਾ, ਤੇ ਮਾਤਾ ਨਾਨਕੀ ਸਾਹਿਬ ਜੀ ਪਰੇ ਮੰਜੇ ਤੇ ਬੈਠੇ ਸਨ, ਲੰਗਰ ਦਾ ਪ੍ਰਬੰਧ ਵੇਖਦੇ ਪਏ ਸਨ, ਤੇ ਮਾਤਾ ਨਾਨਕੀ ਜੀਆਂ ਦੀ ਨਿਗਾਹ ਪੈ ਗਈ। ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਮਾਤਾ ਜੀ ਲੱਗਦੇ ਸਨ। ਜਦੋਂ ਉਹਨਾਂ ਨੇ ਵੇਖਿਆ ਤਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦੱਸਿਆ। ਕਹਿਣ ਲੱਗੇ ਇੱਕ ਇਹੋ ਜਿਹਾ ਸਿੱਖ ਨਿਸ਼ਕਾਮ ਸੇਵਾ ਕਰਦਾ ਪਿਆ, ਆਪਣੇ ਤਨ ਦੀ ਉਹਨੇ ਪਰਵਾਹ ਨਹੀਂ ਕੀਤੀ ਹੈ, ਦੱਸਿਆ ਨਹੀਂ ਕਿਸੇ ਨੂੰ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਭਾਈ ਮੀਹਾਂ ਜੀ ਨੂੰ ਕੋਲ ਬੁਲਾਇਆ, ਸਿਰ ਦਾ ਕੱਪੜਾ ਉਤਾਰ ਕੇ ਸਿਰ ਦੇ ਮਾਸ ਨੂੰ, ਜ਼ਖਮ ਨੂੰ ਸਾਫ਼ ਕੀਤਾ, ਦਵਾਈ ਤੇ ਮਲਮ ਪੱਟੀ ਕੀਤੀ। ਮਹਾਰਾਜ ਕਹਿੰਦੇ ਭਾਈ ਮੀਹਾਂ ਮੰਗ ਕੀ ਚਾਹੀਦਾ, ਤੇਰੀ ਸੇਵਾ ਤੋਂ ਅਸੀਂ ਖੁਸ਼ ਹੋਏ ਹਾਂ, ਪ੍ਰਸੰਨ ਹੋਏ ਹਾਂ। ਤੂੰ ਸੇਵਾ ਵੀ ਕੀਤੀ ਹੈ, ਕਿਸੇ ਨੂੰ ਦੱਸਿਆ ਨਹੀਂ, ਜਨਾਇਆ ਨਹੀਂ ਕਿਸੇ ਨੂੰ ਵੀ ਮੈਂ ਸੇਵਾ ਕਰਦਾ, ਔਰ ਤੂੰ ਮੰਗਿਆ ਵੀ ਕੁਝ ਨਹੀਂ ਹੈ ਸਾਡੇ ਕੋਲੋਂ। ਅਸੀਂ ਤੇ ਪੌੜੀ ਤੇ ਮਗਰੋਂ ਪੈਰ ਰੱਖਦੇ ਆ ਨਾ ਅੰਦਰ ਆਉਣ ਵਾਸਤੇ, ਪਹਿਲਾਂ ਅਸੀਂ ਸੋਚਣ ਲੱਗ ਪੈਂਦੇ ਮੈਂ ਆਹ ਮੰਗਾਂਗਾ, ਮੈਂ ਆਹ ਮੰਗਾਂਗਾ। ਕੀਤਾ ਕੁਝ ਨਹੀਂ ਹੈ, ਮੰਗਣਾ ਪਹਿਲਾਂ। ਇੱਥੋਂ ਤੱਕ ਕਿ ਘਰੋਂ ਤੁਰਿਆ ਮਗਰੋਂ ਹੈ, ਪਰ ਪਰਿਵਾਰ ਨਾਲ ਸਲਾਹ ਕੀਤੀ ਹੈ ਮੈਂ ਚੱਲਿਆ, ਕੀ ਮੰਗਾਂ, ਅਰਦਾਸ ਕੀ ਕਰਾਂ। ਚੱਲਿਆ ਨਹੀਂ, ਮੰਗਣ ਪਹਿਲਾਂ ਰੱਖਿਆ ਵੀ ਮੰਗਣਾ ਹੈ। ਪਰ ਭਾਈ ਮੀਹਾਂ ਸੇਵਾ ਕਰਦਾ ਪਰ ਮੰਗਦਾ ਨਹੀਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਫਿਰ ਇੱਕ ਨਗਾਰਾ ਇਸ ਨੂੰ ਬਖਸ਼ਿਸ਼ ਕੀਤਾ, ਇੱਕ ਬੈਲ ਦਿੱਤਾ, ਤੇ ਪਾਤਸ਼ਾਹ ਜੀਆਂ ਨੇ ਨਾਲ ਵਰ ਵੀ ਦਿੱਤੇ। ਕਹਿਣ ਲੱਗੇ ਤੂੰ ਗੁਰੂ ਕਾ ਸਿੱਖ, ਔਰ ਤੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕੀਤੀ, ਬ੍ਰਹਮ ਗਿਆਨ ਦੀ ਦਾਤ ਦੇ ਕੇ ਮਹਾਰਾਜ ਨੇ ਪ੍ਰਚਾਰਕ ਬਣਾ ਦਿੱਤਾ। ਇੱਥੇ ਮਹਾਰਾਜ ਕਹਿ ਰਹੇ ਨੇ, ਕਹਿਣ ਲੱਗੇ ਕਰਨੀ ਲਾਹਨ, ਗੁਰਸਿੱਖਾਂ ਦੀ ਨਿਸ਼ਕਾਮ ਜਿਹੜੀ ਕਰਨੀ ਹੈ, ਇਹ ਹੈ ਮੱਟੀ ਮੱਡ ਜਿਹਦੇ ਵਿੱਚ ਸ਼ਰਾਬ ਪਾਈ ਜਾਂਦੀ ਹੈ। ਉਹਨਾਂ ਦਾ ਭਾਂਡਾ ਹੀ ਇੰਨਾ ਵਧੀਆ, ਨਿਸ਼ਕਾਮ ਕਰਮ ਕਰਨੇ, ਇਹ ਹੈ ਭਾਂਡਾ ਗੁਰਮੁਖਾਂ ਦਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ 7 ਗੁੜ, ਹੁਣ ਮੱਟੀ ਦੇ ਵਿੱਚ, ਮੱਟ ਦੇ ਵਿੱਚ ਸ਼ਰਾਬ ਪਾਉਣੀ ਹੈ, ਤੇ ਗੁਰਮੁਖਾਂ ਦੇ ਕੋਲ ਗੁੜ ਕਿਹੜਾ, ਜਿਹੜਾ ਸੱਚ ਬੋਲਣਾ ਹੈ। ਦੂਜੇ ਪਾਸੇ ਮਨਮੁਖਾਂ ਦੀ ਗੱਲ ਸੀ ਵੀ ਝੂਠੇ ਨੇ, ਗੁਰਮੁਖਾਂ ਨੇ ਸੱਚ ਬੋਲਣ ਰੂਪੀ ਗੁੜ ਪਾਇਆ ਹੈ। ਜਿਵੇਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਆਖਿਆ ਸੀ, ਜਦੋਂ ਜ਼ਕਰੀਆ ਖਾਨ ਨੇ ਆਖਿਆ ਨਾ ਵੀ ਤੇਰਾ ਸਿਰ ਵੱਢ ਕੇ ਤੈਨੂੰ ਮੌਤ ਦੇ ਘਾਟ ਉਤਾਰਾਂਗੇ, ਤੈਨੂੰ ਜਿਉਂਦਾ ਨਹੀਂ ਛੱਡਾਂਗੇ, ਤੇ ਲਾਹੌਰ ਦੇ ਸੂਬੇਦਾਰ ਨੂੰ ਸੱਚ ਬੋਲਿਆ ਸੀ ਭਾਈ ਤਾਰੂ ਸਿੰਘ ਨੇ ਮੂੰਹ ਤੇ। ਅਸੀਂ ਤੇ ਕਿਸੇ ਆਮ ਬੰਦੇ ਦੇ ਕੋਲ ਗੱਲ ਕਰਨੀ ਹੋਵੇ ਤੇ ਸਿੱਧੀ ਨਹੀਂ ਕਰਦੇ, ਸਿਫਾਰਿਸ਼ ਨਾਲ ਕਰਾਈ ਦੀ ਵੀ ਆਹ ਗੱਲ ਇਹਨੂੰ ਮੇਰੇ ਵਾਸਤੇ ਕਹਿ, ਮੇਰੇ ਲਈ ਕਹਿ। ਪਰ ਭਾਈ ਤਾਰੂ ਸਿੰਘ ਨੇ ਆਖਿਆ ਜ਼ਕਰੀਆ ਖਾਨ ਜਿੰਨਾ ਮਰਜ਼ੀ ਜ਼ੋਰ ਲਾ ਲਾ, ਮੈਂ ਦੁਨੀਆ ਤੋਂ ਉਦੋਂ ਜਾਵਾਂਗਾ, ਪਹਿਲਾਂ ਤੈਨੂੰ ਜੁੱਤੀਆਂ ਵੱਜਣਗੀਆਂ, ਪਹਿਲਾਂ ਤੂੰ ਦੁਨੀਆ ਤੋਂ ਜਾਏਗਾ, ਤੇਰੇ ਤੋਂ ਮਗਰੋਂ ਮੈਂ ਜਾਵਾਂਗਾ। ਗੁਰਮੁਖਾਂ ਨੇ ਮੌਤ ਜਿੱਤੀ ਹੋਈ ਹੈ, ਮੇਰੀ ਮੌਤ ਮੇਰੇ ਹੱਥ ਵਿੱਚ, ਜਦੋਂ ਮੈਂ ਚਾਹਾਂਗਾ ਉਦੋਂ ਸਰੀਰ ਛੱਡਾਂਗਾ, ਮੈਨੂੰ ਜਮ ਨਹੀਂ ਲਿਜਾ ਸਕੇਗਾ, ਪਰ ਪਹਿਲਾਂ ਤੈਨੂੰ ਤੋਰਾਂਗਾ, ਉਹ ਵੀ ਜੁੱਤੀਆਂ ਸਿਰ ਵਿੱਚ ਲਵਾ ਕੇ, ਪਹਿਲਾਂ ਤੂੰ ਮਰੇਗਾ। ਦੁਨਿਆਵੀ ਸ਼ਕਤੀ ਦਾ ਮਾਲਕ, ਦੁਨਿਆਵੀ ਬਲ ਦਾ ਮਾਲਕ ਜਿਹੜਾ ਸੂਬੇਦਾਰ ਹੈ ਨਾ ਜ਼ਕਰੀਆ ਖਾਨ, ਆਪਣੇ ਆਪ ਨੂੰ ਬਚਾ ਨਹੀਂ ਸਕਿਆ, ਕੇਵਲ ਜ਼ਿੰਦਗੀ ਦੇ 22 ਦਿਨ ਮਰੇ ਤੇ ਜੁੱਤੀਆਂ ਖਾ ਕੇ ਮਰਿਆ।
ਤੇ ਭਾਈ ਤਾਰੂ ਸਿੰਘ ਜੀਆਂ ਦਾ ਖੋਪਰਾ ਪਹਿਲਾਂ ਹੀ ਲੈ ਗਿਆ ਸੀ, ਜੇਲ੍ਹ ਵਿੱਚ ਬੰਦ ਸਨ। ਕਿਸੇ ਜਾ ਕੇ ਗੁਰਮੁਖ ਨੇ ਦੱਸਿਆ ਭਾਈ ਤਾਰੂ ਸਿੰਘ ਜੀਆਂ ਨੂੰ ਵੀ ਜ਼ਕਰੀਆ ਖਾਨ ਦੁਸ਼ਟ ਮਰ ਗਿਆ। ਤੇ ਕਹਿਣ ਲੱਗੇ ਉਸ ਵੇਲੇ ਅੰਮ੍ਰਿਤ ਸਰੋਵਰ ਦਾ ਜਲ ਮੰਗਾ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਆਪਣੇ ਸਰੀਰ ਨੂੰ ਸ਼ਾਂਤ ਕਰ ਲਿਆ, ਆਪ ਸੱਚਖੰਡ ਨੂੰ ਚਲੇ ਗਏ। ਇਹ ਹੈ ਉਹ ਗੁਰਮੁਖਾਂ ਦੇ ਬਚਨ, ਉਹਨਾਂ ਦੇ ਕੋਲ ਸੱਚ ਬੋਲਣਾ ਇਹ ਹੈ ਗੁੜ। ਭਾਵੇਂ ਸੂਬੇਦਾਰ ਹੀ ਕਿਉਂ ਸੀ ਲਾਹੌਰ ਦਾ, ਪਰ ਬੋਲਿਆ ਸੱਚ, ਤੇਰੇ ਨਾਲ ਇਸ ਤਰ੍ਹਾਂ ਹੋਵੇਗਾ। ਮਹਾਰਾਜ ਕਹਿਣ ਲੱਗੇ ਸੱਚ ਸਰਾ ਕਰ ਸਾਰ, ਜਿਹੜਾ ਸੱਚ ਬੋਲਣਾ ਹੈ ਇਹ ਸ੍ਰੇਸ਼ਟ ਉਹਨਾਂ ਦੇ ਕੋਲ ਕਹਿ ਲਈਏ ਉਹ ਬਰਤਨ ਹੈ, ਜਾਂ ਸ੍ਰੇਸ਼ਟ ਉਹਨਾਂ ਦੀ ਕਰਨੀ ਹੈ, ਜਿਸ ਨੂੰ ਵੇਖ ਕੇ ਉਹਨਾਂ ਨੇ ਸੰਸਾਰ ਤੋਂ ਉਤਰਨਾ ਹੈ। ਗੁਣ ਮੰਡੇ ਕਰ ਸੀਲ ਘਿਓ ਸਰਮਾਸ ਆਹਾਰ, ਸ਼ੁਭ ਗੁਣਾਂ ਦਾ ਧਾਰਨ ਕਰਨਾ ਹੈ। ਗੁਰਮੁਖ ਕੀ ਕਰਦੇ ਨੇ? ਗੁਣ ਧਾਰਨ ਕਰਦੇ ਨੇ। ਦੁਨੀਆ ਦੇ ਵਿੱਚ ਇੱਕ ਮਹਾਂਪੁਰਖ ਹੋਇਆ, ਉਸ ਨੂੰ ਦੱਤਾਤਰੇय ਕਿਹਾ ਜਾਂਦਾ। ਦੱਤਾਤਰੇय ਨਾਮ ਦੇ ਨਾਲ ਪ੍ਰਸਿੱਧ ਹੋਇਆ। ਇਸ ਦੱਤਾਤਰੇय ਨੇ ਕਹਿੰਦੇ ਵੀ 24 ਗੁਰੂ ਬਣਾਏ ਸਨ, ਇੱਕ ਨਹੀਂ ਦੋ ਨਹੀਂ 24 ਗੁਰੂ ਧਾਰਨ ਕੀਤੇ। ਕਿਵੇਂ ਕੀਤੇ? ਜਦੋਂ ਕਿਸੇ ਕੋਲ ਜਾਣਾ, ਕਿਸੇ ਵਿੱਚ ਗੁਣ ਵਧੀਆ ਲੱਗਣਾ ਨਾ ਵੀ ਆਹ ਗੁਣ ਮੇਰੇ ਭਲੇ ਵਾਲਾ, ਉਹਨੂੰ ਮੱਥਾ ਟੇਕਣਾ ਤੇ ਕਹਿਣਾ ਮੈਨੂੰ ਆਸ਼ੀਰਵਾਦ ਦੇ ਵੀ ਆ ਤੇਰੇ ਵਾਲਾ ਗੁਣ ਮੇਰੇ ਵਿੱਚ ਵੀ ਆ ਜਾਵੇ। ਇੱਕ ਦਾ ਕੋਈ ਚੰਗਾ ਗੁਣ ਲੱਗਾ ਉਹਦੇ ਕੋਲੋਂ ਲੈ ਲਿਆ, ਦੂਜੇ ਕੋਲ ਗਿਆ ਚੰਗਾ ਗੁਣ ਉਹਦਾ ਲੱਗਾ ਉਹਦੇ ਕੋਲੋਂ ਲੈ ਲਿਆ। 24 ਬੰਦਿਆਂ ਦੇ 24 ਗੁਣ ਉਹਨੇ ਧਾਰਨ ਕਰ ਲਏ ਤੇ ਦੁਨੀਆ ਵਿੱਚ ਮਹਾਤਮਾ ਬਣ ਕੇ ਪ੍ਰਸਿੱਧ ਹੋਇਆ। ਅਸੀਂ ਸੰਗਤ ਵਿੱਚ ਰੋਜ਼ ਆਉਂਦੇ ਆ, ਪਰ ਰੋਜ਼ ਇੱਕ ਗੁਣ ਨਹੀਂ ਲੈ ਕੇ ਜਾਂਦੇ। ਜੇ ਇੱਕ ਰੋਜ਼ ਲੈ ਜਾਈਏ ਤੇ ਕਿੰਨੇ ਸਾਲ, ਕਿੰਨੇ ਮਹੀਨੇ, ਕਿੰਨੇ ਦਿਨ ਹੋ ਗਏ ਤੇ ਕਿੰਨੇ ਗੁਣ ਆ ਜਾਂਦੇ। ਪਰ ਨਹੀਂ, ਉਵੇਂ ਦੇ ਉਵੇਂ ਆ, ਖਾਲੀ ਦੇ ਖਾਲੀ, ਪ੍ਰਾਪਤੀ ਕੋਈ ਬਹੁਤੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਲੱਗੇ, ਕਹਿਣ ਲੱਗੇ ਗੁਣ ਧਾਰਨ ਕਰਨੇ ਜ਼ਰੂਰੀ ਨੇ। ਵਿਣ ਗੁਣ ਕੀਤੇ ਭਗਤ ਨਾ ਹੋਏ। ਭਗਤੀ ਵੀ ਗੁਣਾ ਬਿਨਾ ਨਹੀਂ ਹੋ ਤੈਨੂੰ ਪ੍ਰਾਪਤ ਹੋਣੀ। ਤੇਰੇ ਵਿੱਚ ਪਰਉਪਕਾਰ ਦੇ ਗੁਣ ਹੋਣੇ ਚਾਹੀਦੇ ਨੇ, ਕਿਸੇ ਦਾ ਭਲਾ ਕਰਨ ਦੇ ਗੁਣ ਹੋਣੇ ਚਾਹੀਦੇ ਨੇ, ਅੰਮ੍ਰਿਤ ਵੇਲੇ ਉੱਠਣ ਦਾ ਗੁਣ ਹੋਣਾ ਚਾਹੀਦਾ, ਬੰਦਗੀ ਕਰਨ ਦਾ ਗੁਣ ਹੋਣਾ ਚਾਹੀਦਾ। ਤੇ ਗੁਰਮੁਖਾਂ ਨੇ ਗੁਣ ਰੂਪੀ ਪ੍ਰਸ਼ਾਦੇ ਬਣਾਏ ਨੇ। ਹੁਣ ਪ੍ਰਸ਼ਾਦਾ ਛਕਣਾ ਨਾ, ਤੇ ਪ੍ਰਸ਼ਾਦਾ ਕੀ ਹੈ? ਫੁਲਕਾ ਕੀ ਹੈ ਗੁਰਮੁਖਾਂ ਦਾ? ਗੁਰਮੁਖਾਂ ਦਾ ਫੁਲਕਾ ਹੀ ਇਹ ਹੈ, ਪ੍ਰਸ਼ਾਦਾ ਹੀ ਇਹ ਹੈ, ਜਿਹੜੇ ਸ਼ੁਭ ਗੁਣ ਧਾਰਨ ਕਰਨੇ ਨੇ। ਤੇ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਸੀਲ ਘਿਓ, ਜਿਹੜਾ ਸੀਲ ਸੁਭਾਅ ਰੱਖਣਾ ਨਾ, ਸ਼ਾਂਤੀ ਵਾਲਾ ਸੁਭਾਅ, ਇਹ ਉਹ ਘਿਓ ਹੈ ਜਿਹਦੇ ਨਾਲ ਗੁਣ ਰੂਪੀ ਪ੍ਰਸ਼ਾਦੇ ਚੋਪੜੇ ਨੇ। ਗੁਣ ਵੀ ਹਨ ਪਰ ਨਾਲ ਸ਼ਾਂਤੀ ਸੁਭਾਅ ਵੀ ਰੱਖਿਆ। ਵਰਣਨ ਨਹੀਂ ਕਰਦੇ ਕਿਸੇ ਨੂੰ ਕਿ ਫਲਾਣੇ ਬੰਦੇ ਵਿੱਚ ਇੰਨੇ ਔਗੁਣ ਨੇ, ਮੇਰੇ ਵਿੱਚ ਤੇ ਇੰਨੇ ਗੁਣ ਨੇ। ਇਹ ਤੇ ਦੁਨੀਆ ਆਪਣੇ ਗੁਣਾਂ ਦਾ ਵਿਖਿਆਨ ਕਰਦੀ ਹੈ, ਮੈਂ ਬੜਾ ਗੁਣਕਾਰੀ ਆ, ਦੂਜੇ ਦੀ ਨਿੰਦਿਆ ਕੀਤੀ ਜਾਂਦੀ ਹੈ। ਮਹਾਰਾਜ ਕਹਿਣ ਲੱਗੇ ਨਹੀਂ, ਗੁਰਮੁਖਾਂ ਦੇ ਗੁਣ ਰੂਪੀ ਪ੍ਰਸ਼ਾਦੇ ਨੇ, ਔਰ ਫਿਰ ਸੀਲ ਸੁਭਾਅ ਨੂੰ ਰੱਖਣਾ, ਸ਼ਾਂਤੀ ਸੁਭਾਅ ਨੂੰ ਰੱਖਣਾ, ਇਹ ਉਹਨਾਂ ਨੇ ਘਿਓ ਲਿਆਂਦਾ ਪ੍ਰਸ਼ਾਦੇ ਚੋਪੜਨ ਵਾਸਤੇ। ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਸ਼ਰਮ ਮਾਸ ਆਹਾਰ, ਜਿਹੜੀ ਸ਼ਰਮ ਧਾਰਨ ਕਰਨੀ ਹੈ ਨਾ ਵੱਡੇ ਛੋਟੇ ਦੀ, ਇਹ ਉਹਨਾਂ ਗੁਰਮੁਖਾਂ ਨੇ ਮਾਸ ਹੈ, ਇਹ ਉਹਨਾਂ ਕੋਲ ਮਾਸ ਹੈ ਸ਼ਰਮ ਧਾਰਨ ਕਰਨੀ। ਤੇ ਸ਼ਰਮ ਨਾਮ ਵੈਰਾਗ ਦਾ ਵੀ ਹੈ, ਇਹ ਉਹਨਾਂ ਨੇ ਵੈਰਾਗ ਧਾਰਨ ਕੀਤਾ, ਵੈਰਾਗ ਰੂਪੀ ਉਹਨਾਂ ਨੇ ਮਾਸ ਖਾਧਾ। ਦੁਨਿਆਵੀ ਮਾਸ ਖਾਇਆ ਕੀ ਹੋਣਾ? ਦੁਨੀਆ ਦਾ ਮਾਸ ਤੇ ਲੋਕ ਰੋਜ਼ ਖਾਂਦੇ ਨੇ, ਖਾਣ ਵਾਲੇ ਰੋਜ਼ ਖਾ ਕੇ ਸੌਂਦੇ ਨੇ, ਰੱਜ ਥੋੜੀ ਗਏ ਨੇ ਉਹ। ਪਰ ਪਾਤਸ਼ਾਹ ਕਹਿਣ ਲੱਗੇ ਜਿਹੜੇ ਗੁਰਮੁਖ ਨੇ ਨਾ, ਉਹਨਾਂ ਨੇ ਸ਼ਰਮ ਰੂਪੀ ਮਾਸ ਖਾਧਾ, ਸ਼ਰਮ ਧਾਰਨ ਕਰਨੀ। ਕਾਹਦੇ ਵੱਲੋਂ? ਵਕਾਰਾਂ ਦੇ ਵੱਲੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵੱਲੋਂ ਜਿਹੜੀ ਸ਼ਰਮ ਮੰਨਣੀ ਹੈ ਨਾ, ਵੀ ਜੇ ਮੈਂ ਆਹ ਕਰਮ ਕਰਾਂਗਾ ਦੁਨੀਆ ਕੀ ਆਖੇਗੀ ਮੇਰੇ ਵੱਡੇ ਵਡੇਰਿਆਂ ਨੂੰ, ਜੇ ਮੈਂ ਆਹ ਪਾਪ ਦਾ ਕਰਮ ਕਰਾਂਗਾ ਦੁਨੀਆ ਕੀ ਆਖੇਗੀ ਵੀ ਇਹ ਗੁਰੂ ਦਾ ਸਿੱਖ ਹੈ ਜਿਹੜਾ ਇਹ ਕੰਮ ਕਰਦਾ ਪਿਆ। ਇਹ ਗੱਲ ਸੋਚ ਕੇ ਉਹਨੇ ਵਕਾਰਾਂ ਦੇ ਵੱਲੋਂ ਪਿੱਛੇ ਹਟ ਗਿਆ, ਸ਼ਰਮ ਮੰਨ ਲਈ ਵੀ ਮੈਂ ਨਹੀਂ ਇਹ ਕੰਮ ਕਰਨਾ, ਮੇਰੇ ਗੁਰੂ ਨੂੰ ਦਾਗ ਲੱਗੇਗਾ। ਪਾਤਸ਼ਾਹ ਕਹਿਣ ਲੱਗੇ ਇਹ ਗੁਰਮੁਖਾਂ ਨੇ ਮਾਸ ਦਾ ਭੋਜਨ ਛਕਿਆ ਹੈ, ਜਿਹੜੀ ਵਕਾਰਾਂ ਦੇ ਵੱਲੋਂ ਆਪਣੇ ਆਪ ਨੂੰ ਬਚਾਉਣ ਵਾਸਤੇ ਸ਼ਰਮ ਧਾਰਨ ਕਰਨੀ, ਇਹ ਗੁਰਮੁਖਾਂ ਦਾ ਮਾਸ ਖਾਣਾ ਹੈ। ਗੁਰਮੁਖ ਪਾਈਏ ਨਾਨਕਾ ਖਾਦੇ ਜਾਏ ਵਿਕਾਰ। ਬਾਦਸ਼ਾਹ ਕਹਿਣ ਲੱਗੇ ਇਹ ਗੁਰਮੁਖਾਂ ਨੇ ਸ਼ਰਾਬ ਬਣਾਈ ਹੈ ਜਿਸ ਨੂੰ ਜਾ ਕੇ ਵਕਾਰ ਚਲੇ ਜਾਂਦੇ। ਇੱਥੇ ਦੋ ਬਚਨ ਆਏ ਨੇ,
ਪਹਿਲਾਂ ਆਈ ਹੈ ਮਨਮੁਖਾਂ ਦੀ ਗੱਲ ਵੀ ਮਨਮੁਖ ਕਿਹੜੇ ਕਰਮਾਂ ਨੂੰ ਕਰਦੇ ਨੇ। ਉਹ ਕਾਮ ਵੀ ਭੋਗਦੇ, ਕ੍ਰੋਧ ਵੀ, ਝੂਠ ਵੀ ਬੋਲਦੇ, ਲੱਭੀ ਵੀ ਨੇ, ਸਾਰਾ ਕੁਝ ਦੱਸਿਆ ਉਹਨਾਂ ਦੇ ਬਾਰੇ ਵੀ ਮਨਮੁਖਾਂ ਦੀ ਹਾਲਤ ਇਹ ਹੈ। ਅਗਲੀਆਂ ਪੰਕਤੀਆਂ ਵਿੱਚ ਮਹਾਰਾਜ ਨੇ ਗੁਰਮੁਖਾਂ ਦੇ ਗੁਣ ਵਰਣਨ ਕੀਤੇ ਵੀ ਗੁਰਮੁਖਾਂ ਵਿੱਚ ਕਿਹੜੇ ਗੁਣ ਹੁੰਦੇ ਨੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਤ ਗੁਰਮੁਖ ਪਾਈਐ ਨਾਨਕਾ ਜਿਤ ਖਾਧੇ ਜਾਹੇ ਵਿਕਾਰ। ਗੁਰਮੁਖਾਂ ਨੇ ਜਿਹੜਾ ਭੋਜਨ ਛਕਿਆ ਨਾ ਸ਼ੁਭ ਗੁਣਾਂ ਦਾ, ਇਹਨੂੰ ਛਕ ਕੇ ਤੇ ਮਨ ਦੇ ਸਾਰੇ ਵਿਕਾਰ ਚਲੇ ਜਾਂਦੇ ਹਨ। ਮਰਦਾਨਾ ਪਹਿਲਾ ਕਾਇਆ ਲਾਹਨ ਆਪ ਮਦ ਮਜਲਸ ਤ੍ਰਿਸ਼ਨਾ ਧਾਤ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਥੋੜਾ ਜਿਹਾ ਹੋਰ ਖੁੱਲ੍ਹ ਕੇ ਉਪਦੇਸ਼ ਦੇ ਦਿਓ ਤਾਂ ਕਿ ਚੰਗੀ ਤਰ੍ਹਾਂ ਸਮਝ ਆ ਜਾਵੇ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਨੇ ਲਿਖਿਆ ਭਾਈ ਮਰਦਾਨਾ ਜੀ, ਤੇ ਅੱਗੇ ਪਹਿਲਾ ਅੰਕ ਪਾਇਆ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਵੀ ਗੁਰੂ ਨਾਨਕ ਸਾਹਿਬ ਜੀਆਂ ਦਾ ਇਹ ਸ਼ਬਦ ਜੇ ਭਾਈ ਜਿਹੜਾ ਆਪਾਂ ਨੂੰ ਬਖਸ਼ਿਸ਼ ਹੋ ਰਿਹਾ। ਮਹਾਰਾਜ ਕਹਿਣ ਲੱਗੇ ਕਾਇਆ ਲਾਹਨ, ਇਹ ਜਿਹੜੀ ਕਾਇਆ ਹੈ ਨਾ ਦੇਹ ਦਿਆਸ ਰੂਪੀ ਕਾਇਆ, ਇਹ ਹੈ ਲਾਹਨ ਕਹੀਏ ਮਟੀ ਮਨਮੁਖਾਂ ਦੀ ਹਾਲਤ। ਤੇ ਪਾਤਸ਼ਾਹ ਕਹਿਣ ਲੱਗੇ ਆਪ ਮਦ, ਜਿਹੜਾ ਹੰਕਾਰ ਕਰਨਾ, ਇਹ ਹੈ ਸ਼ਰਾਬ। ਮੇਰੇ ਵਰਗਾ ਕੋਈ ਨਹੀਂ। ਸ਼ਰਾਬੀ ਵੀ ਇਹ ਗੱਲ ਕਹਿੰਦਾ ਨਾ, ਸ਼ਰਾਬ ਪਿਆ ਕੇ ਜਿਹਦੇ ਨਾਲ ਮਰਜ਼ੀ ਉਹ ਲੜ ਜਾਂਦਾ, ਜਿਹਦੇ ਤੋਂ ਮਰਜ਼ੀ ਕੁੱਟ ਖਾ ਲੈਂਦਾ। ਕੁੱਟ ਕਿਉਂ ਖਾਂਦਾ? ਉਹਨੂੰ ਹੰਕਾਰ ਹੋ ਜਾਂਦਾ ਸ਼ਰਾਬ ਪੀ ਕੇ ਵੀ ਮੇਰੇ ਵਰਗਾ ਕੋਈ ਨਹੀਂ, ਉਹਦੀ ਸੋਚ ਬੰਦ ਹੋ ਜਾਂਦੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਇੱਥੇ ਸ਼ਰਾਬ ਕੀ ਹੈ? ਜਿਹੜਾ ਹੰਕਾਰ ਧਾਰਨ ਕਰਨਾ। ਹੰਕਾਰ ਦੇ ਵਿੱਚ ਬੰਦਾ ਸੋਚਦਾ ਵੀ ਮੇਰੇ ਵਰਗਾ ਕੋਈ ਨਹੀਂ, ਮੈਂ ਆ ਬਹੁਤਾ ਗੁਣੀ, ਮੈਂ ਆ ਬਹੁਤਾ ਬਲੀ, ਮੈਂ ਆ ਬਹੁਤਾ ਸਿਆਣਾ, ਮੈਂ ਆ ਬਹੁਤਾ ਧੰਨਵਾਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਹੰਕਾਰ ਧਾਰਨ ਕਰਨਾ ਨਾ ਗੁਰਮੁਖਾ, ਇਹ ਹੈ ਸ਼ਰਾਬ ਦਾ ਨਸ਼ਾ। ਜਿਵੇਂ ਨਸ਼ਾ ਦੁਨੀਆਦਾਰੀ ਭੁਲਾ ਦਿੰਦਾ, ਬੰਦੇ ਨੂੰ ਚੰਗੇ ਮਾੜੇ ਦੀ ਸਮਝ ਨਹੀਂ ਰਹਿਣ ਦਿੰਦਾ, ਇਸੇ ਤਰ੍ਹਾਂ ਹੰਕਾਰ ਵੀ ਬੰਦੇ ਨੂੰ ਭੁਲਾ ਦਿੰਦਾ। ਨਾ ਰਿਸ਼ਤੇਦਾਰੀ ਦੀ ਪਰਵਾਹ, ਨਾ ਮਾਂ-ਬਾਪ ਦੀ ਪਰਵਾਹ ਹੈ, ਨਾ ਗੁਰੂ ਪੀਰ ਜਾਂ ਮੰਦਰ ਮਸਜਿਦ ਦੀ ਕੋਈ ਪਰਵਾਹ ਨਹੀਂ ਹੈ, ਕਿਉਂਕਿ ਹੰਕਾਰ ਆ ਗਿਆ ਨਾ ਮਨ ਦੇ ਵਿੱਚ। ਤੇ ਮਨਮੁਖਾਂ ਨੇ ਹੰਕਾਰ ਦੀ ਸ਼ਰਾਬ ਪੀਤੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਮਜਲਸ ਤ੍ਰਿਸ਼ਨਾ ਧਾਤ। ਤ੍ਰਿਸ਼ਨਾ ਪਦਾਰਥਾਂ ਦੀ, ਪਦਾਰਥਾਂ ਦੇ ਵੱਲ ਧਾਤ ਕਹੀਏ ਦੌੜਨਾ, ਇਹ ਹੈ ਸਭਾ। ਸਭਾ ਕਿਹਨੂੰ ਕਿਹਾ ਜਾਂਦਾ? ਜਿੱਥੇ ਲੋਕ ਕੁਝ ਬੈਠੇ ਹੋਣ, ਕੋਈ ਮਸ਼ਵਰਾ ਕਰਦੇ ਹੋਣ, ਵੀ ਕੋਈ ਸਲਾਹ ਕਰਦੇ ਹੋਣ, ਕੋਈ ਨੀਤੀ ਬਣਾਉਂਦੇ ਹੋਣ ਵੀ ਕੱਲ੍ਹ ਨੂੰ ਕੀ ਕਰਨਾ। ਤੇ ਮਨਮੁਖ ਲੋਕਾਂ ਦੀ ਨੀਤੀ ਕੀ ਹੈ? ਤ੍ਰਿਸ਼ਨਾ ਦੇ ਵੱਲ ਦੌੜਨਾ, ਪਦਾਰਥਾਂ ਵੱਲ ਦੌੜਨਾ। ਸਵੇਰੇ ਮੈਂ ਫਲਾਣੇ ਕੋਲ ਜਾਵਾਂਗਾ, ਫਿਰ ਉਹਦੇ ਕੋਲ ਹੋ ਕੇ ਦੂਜੇ ਕੋਲ ਜਾਵਾਂਗਾ, ਦੂਜੇ ਕੋਲ ਹੋ ਕੇ ਤੀਜੇ ਕੋਲ ਜਾਵਾਂਗਾ, ਮੈਂ ਐਸ ਸ਼ਹਿਰ ਵਿੱਚ ਜਾਵਾਂਗਾ, ਮੈਂ ਐਸ ਦੇਸ਼ ਵਿੱਚ ਜਾਵਾਂਗਾ, ਉੱਥੋਂ ਫਿਰ ਅੱਗੇ ਨੂੰ ਜਾਵਾਂਗਾ। ਸਲਾਹਾਂ ਕਰਨੀਆਂ, ਪਰ ਕਰਨੀਆਂ ਕਾਹਦੇ ਵਾਸਤੇ? ਉਹ ਰਿਸ਼ਤੇਦਾਰੀ ਸਮਝ ਕੇ ਨਹੀਂ ਗਿਆ। ਰਿਸ਼ਤੇਦਾਰ ਦੇ ਕੋਲ ਵੀ ਰਿਸ਼ਤੇਦਾਰੀ ਸਮਝ ਕੇ ਨਹੀਂ ਗਿਆ। ਰਿਸ਼ਤੇਦਾਰ ਦੇ ਕੋਲ ਵੀ ਕੁਝ ਲੈਣ ਵਾਸਤੇ ਗਿਆ, ਬਿਜ਼ਨਸ ਕਰਨ ਵਾਸਤੇ ਗਿਆ, ਕਮਾਈ ਕਰਨ ਵਾਸਤੇ ਗਿਆ। ਤੇ ਅੱਜ ਆਪਾਂ ਵੇਖਦੇ ਹਾਂ ਨਾ, ਨਵੀਆਂ ਕੰਪਨੀਆਂ ਬਾਹਰੋਂ ਆਉਂਦੀਆਂ, ਨਵੇਂ ਨਾਮ ਰਖਾ ਕੇ। ਜਿਹੜਾ ਰਿਸ਼ਤੇਦਾਰ ਕਦੇ ਨਹੀਂ ਨਾ ਸਾਡੇ ਦਰਵਾਜ਼ੇ 'ਤੇ ਆਇਆ, ਉਹ ਵੀ ਆ ਜਾਂਦਾ, ਮੈਂ ਤੁਹਾਨੂੰ ਮਿਲਣ ਆਇਆ। 2-4 ਮਿੰਟ ਗੱਲਾਂ ਬਾਤਾਂ ਕੀਤੀਆਂ, ਆਹ ਵੇਖੋ ਇੱਕ ਨਵੀਂ ਸਕੀਮ ਆਈ ਹੈ। ਕਾਹਦੇ ਵਾਸਤੇ? ਤੁਹਾਡੇ ਵਾਸਤੇ ਲੈ ਕੇ ਆਇਆ। ਹੁਣ ਉਹ ਜਿਹੜਾ ਰਿਸ਼ਤੇਦਾਰ ਆਇਆ ਨਾ, ਸਾਨੂੰ ਮਿਲਣ ਨਹੀਂ ਆਇਆ। ਜੇ ਮਿਲਣ ਆਉਂਦਾ ਤਾਂ ਅੱਗੇ 5-10 ਸਾਲ ਨਹੀਂ ਆਇਆ, ਉਦੋਂ ਆ ਜਾਂਦਾ। ਅੱਜ ਉਹਨੂੰ ਕਿਸੇ ਨੇ ਪੜ੍ਹਾਇਆ ਹੈ ਮੰਤਰ ਵੀ ਤੂੰ 2-4 ਬੰਦੇ ਨਾਲ ਜੋੜ, ਉਹਦੇ ਵਿੱਚੋਂ ਤੈਨੂੰ ਕੁਝ % ਮਿਲੇਗਾ, ਧਨ ਮਿਲੇਗਾ, ਮਾਇਆ ਮਿਲੇਗੀ। ਜੇ ਘਾਟਾ ਪੈ ਗਿਆ ਤਾਂ ਅਗਲੇ ਨੂੰ ਪੈਣਾ। ਤੇ ਫਿਰ ਸਾਡੇ ਰਿਸ਼ਤੇਦਾਰ ਨੂੰ ਸਾਡੀ ਰਿਸ਼ਤੇਦਾਰੀ ਚੇਤੇ ਆ ਜਾਂਦੀ ਹੈ, ਸਾਡਾ ਪਿਆਰ ਜਾਗ ਪੈਂਦਾ। ਉਹ ਫਿਰ ਸਾਡੇ ਦਰਵਾਜ਼ੇ 'ਤੇ ਆਉਂਦਾ, ਮੈਂ ਆਇਆ, ਤੁਸੀਂ ਮੇਰੇ ਆਏ ਦੀ ਉਹਨੂੰ ਇੱਜ਼ਤ ਰੱਖੋ, ਮੈਂ ਤੁਹਾਨੂੰ ਆਪਣਾ ਸਮਝ ਕੇ ਆਇਆ, ਵੀ ਠੱਗੇ ਜਾਓ ਮੇਰੇ ਕੋਲੋਂ ਛੇਤੀ ਦੇ ਨਾਲ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਨਮੁਖ ਲੋਕਾਂ ਦੀ ਜਿਹੜੀ ਤ੍ਰਿਸ਼ਨਾ ਹੈ ਨਾ, ਤ੍ਰਿਸ਼ਨਾ ਵਿੱਚ ਦੌੜਨਾ, ਇਹ ਹੈ ਸਭਾ, ਇਹ ਹੈ ਉਹਨਾਂ ਦੀ ਵਿਚਾਰ। ਰਿਸ਼ਤੇਦਾਰੀ ਕਰਕੇ ਨਹੀਂ ਆਇਆ, ਆਪਣੀ ਤ੍ਰਿਸ਼ਨਾ ਕਰਕੇ ਆਇਆ, ਲੁੱਟਣ ਵਾਸਤੇ। ਬੜੀਆਂ ਕੰਪਨੀਆਂ ਰੋਜ਼ ਪੈਦਾ ਹੁੰਦੀਆਂ, ਰੋਜ਼ ਉਜੜਦੀਆਂ, ਰੋਜ਼ ਜਾਂਦੀਆਂ, ਰੋਜ਼ ਠੱਗੀਆਂ ਵੱਜਦੀਆਂ, ਕਰੋੜਾਂ ਦੇ ਘਪਲੇ ਹੋ ਜਾਂਦੇ। ਪਰ ਉਹਨਾਂ ਨੇ ਸਾਡੇ ਵਰਗੇ ਲੋਕਾਂ ਨੂੰ ਪਕੜਿਆ ਹੋਇਆ ਵੀ ਇੱਕ ਬੰਦੇ ਨਾਲ 10 ਸਰੀਰ ਤੇ ਜੁੜੇ ਹੀ ਹੋਣਗੇ, 20 ਸਰੀਰ ਜੁੜੇ ਹੋਣਗੇ। ਤੇ ਜਿਹੜਾ ਸਾਡੇ ਘਰੇ ਆਇਆ, ਗੁੱਸਾ ਤੇ ਸਾਨੂੰ ਉਹ 'ਤੇ ਆਉਣਾ ਨਾ ਵੀ ਇਹ ਸਾਡੇ ਘਰੇ ਆਇਆ ਸੀ ਸਕੀਮ ਲੈ ਕੇ। ਸਾਨੂੰ ਕੀ ਪਤਾ ਵੀ ਉਹ ਕੰਪਨੀ ਕਿਹਦੀ ਹੈ, ਕੌਣ ਉੱਥੇ ਕੋਈ ਬੈਠਾ ਹੈ ਕਿ ਨਹੀਂ ਬੈਠਾ, ਨਾ ਅਸੀਂ ਜਾਣਦੇ ਨਾ ਉਹਨੂੰ ਪਛਾਣਦੇ।
ਪਰ ਅਸੀਂ ਉਹ ਕੰਮ ਕੀਤਾ ਆਪਣੇ ਰਿਸ਼ਤੇਦਾਰੀ ਵੇਖ ਕੇ ਵੀ ਇਹ ਆਇਆ ਹੁਣ ਕੀ ਕਰੀਏ, ਤੇ ਕੱਲ ਨੂੰ ਜਦੋਂ ਘਾਟਾ ਪੈਣਾ ਸਾਡੀ ਲੜਾਈ ਵੀ ਉਹਦੇ ਨਾਲ ਹੀ ਹੋਣੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤ੍ਰਿਸ਼ਨਾ ਦੇ ਵਿੱਚ ਦੌੜਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਸਭਾ ਹੀ ਇਹੋ ਜਿਹੀ ਹੁੰਦੀ ਹੈ, ਉਹ ਲੁੱਟਣ ਵਾਸਤੇ ਆਪਣਿਆਂ ਨੂੰ ਤੁਰ ਪੈਂਦੇ ਹਨ। ਮਨਸਾ ਕਟੋਰੀ ਕੂੜ ਭਰੀ ਪਿਲਾਏ ਜਮਕਾਲ। ਪਾਤਸ਼ਾਹ ਬਖਸ਼ਿਸ਼ ਕਰਦੇ ਕਹਿਣ ਲੱਗੇ ਮਨਸ਼ਾ ਤੋਂ ਭਾਵ ਹੁੰਦਾ ਵਾਸ਼ਨਾਵਾਂ, ਵਾਸ਼ਨਾਵਾਂ ਦੀ ਕਟੋਰੀ ਭਰੀ ਪਈ ਹੈ। ਜਿਵੇਂ ਸ਼ਰਾਬ ਦਾ ਪਿਆਲਾ ਭਰਿਆ ਜਾਂਦਾ ਨਾ, ਇੱਕ ਦੂਜੇ ਨੂੰ ਕਹਿੰਦਾ ਹੋਰ ਪਾਲਾ ਹੋਰ ਪਾਲਾ। ਸਤਿਗੁਰੂ ਪਾਤਸ਼ਾਹ ਕਹਿੰਦੇ ਇੱਥੇ ਵਾਸ਼ਨਾਵਾਂ ਦੀ ਕਟੋਰੀ ਹੈ, ਵਾਸ਼ਨਾਵਾਂ ਹੋਰ ਤੋਂ ਹੋਰ ਅੱਗੇ ਤੋਂ ਅੱਗੇ ਵੱਧਦੀਆਂ ਜਾਂਦੀਆਂ। ਵਾਸ਼ਨਾਵਾਂ ਕਦੇ ਖਤਮ ਨਹੀਂ ਹੁੰਦੀਆਂ, ਨਾ ਸਰੀਰ ਨੂੰ ਭੋਗਿਆ ਨਾ ਪਦਾਰਥ ਨੂੰ ਭੋਗਿਆ। ਜਿੰਨੇ ਮਰਜ਼ੀ ਪਦਾਰਥਾਂ ਦਾ ਭੋਗ ਕਰੀ ਚੱਲੋ, ਖਾਈ ਚੱਲੋ, ਬਣਾਈ ਚੱਲੋ, ਜੋੜੀ ਚੱਲੋ, ਕਦੇ ਵਾਸ਼ਨਾ ਮੁੱਕੇਗੀ ਨਹੀਂ। ਸਰੀਰਾਂ ਨੂੰ ਜਾ ਕੇ ਮਾਣੀ ਚੱਲੋ, ਭੋਗੀ ਚੱਲੋ, ਕਦੇ ਵਾਸ਼ਨਾ ਮੁੱਕੇਗੀ ਨਹੀਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਨਸ਼ਾ ਕਟੋਰੀ, ਵਾਸ਼ਨਾਵਾਂ ਦੀ ਕਟੋਰੀ ਹੈ ਮਨਮੁਖਾਂ ਦੇ ਹੱਥ ਵਿੱਚ। ਤੇ ਜਿਹੜੀ ਕਟੋਰੀ ਵਾਸ਼ਨਾ ਦੀ ਹੈ ਉਹ ਭਰਨ ਵਾਲੀ ਨਹੀਂ, ਤੇ ਫਿਰ ਤੈਨੂੰ ਕਿੱਥੋਂ ਰੱਜ ਦੇਵੇਗੀ। ਵਾਸ਼ਨਾ ਤੇ ਕਦੇ ਰੱਜਦੀ ਨਹੀਂ ਹੈ। ਤੇ ਕੂੜ ਭਰੀ, ਝੂਠ ਦੀ ਭਰੀ ਹੋਈ ਹੈ। ਹੁਣ ਵੇਖੋ ਕਟੋਰੀ ਹੈ ਵਾਸ਼ਨਾ ਦੀ ਤੇ ਭਰੀ ਝੂਠ ਦੀ ਹੈ। ਨਾ ਤੇ ਝੂਠ ਨੇ ਕਿਸੇ ਦਾ ਭਲਾ ਕਰਨਾ, ਨਾ ਵਾਸ਼ਨਾ ਨੇ ਕਰਨਾ। ਜਦੋਂ ਭਾਂਡਾ ਹੀ ਸਾਡੇ ਕੋਲ ਗੰਦਾ ਹੈ ਤੇ ਗੰਦੇ ਭਾਂਡੇ ਵਿੱਚ ਪਾ ਕੇ ਪਦਾਰਥ ਚੰਗਾ ਵੀ ਪੀਵੇਂਗਾ ਤੇ ਨੁਕਸਾਨ ਹੀ ਕਰੇਗਾ ਨਾ। ਤੇ ਪਾਤਸ਼ਾਹ ਕਹਿੰਦੇ ਜਿਹੜੀ ਤੇਰੀ ਕਟੋਰੀ ਹੈ, ਭਾਂਡਾ ਤੇਰੇ ਕੋਲ ਵਾਸ਼ਨਾ ਦਾ ਤੇ ਪਾਇਆ ਉਹਦੇ ਵਿੱਚ ਝੂਠ ਹੈ। ਹੁਣ ਕੰਮ ਤੇ ਦੋਨੇ ਹੀ ਗਲਤ ਨੇ। ਹੁਣ ਭਾਂਡਾ ਵੀ ਗੰਦਾ ਹੋਵੇ ਤੇ ਪਾਇਆ ਵੀ ਜ਼ਹਿਰ ਹੋਵੇ ਤੇ ਉਹ ਭਲਾ ਥੋੜ੍ਹੀ ਕਰੇਗਾ। ਗੰਦੇ ਭਾਂਡੇ ਵਿੱਚ ਤੇ ਚੰਗਾ ਪਦਾਰਥ ਵੀ ਗੰਦਾ ਹੋ ਜਾਂਦਾ, ਪਰ ਤੂੰ ਪਾਈ ਵੀ ਜ਼ਹਿਰ ਬੈਠਾ। ਇੱਧਰੋਂ ਵਾਸ਼ਨਾ ਦੀ ਕਟੋਰੀ ਹੈ ਤੇ ਪਾਤਸ਼ਾਹ ਕਹਿੰਦੇ ਝੂਠ ਦੀ ਭਰੀ ਹੋਈ ਹੈ। ਤੇ ਪਿਆਉਂਦਾ ਕੌਣ ਹੈ? ਪੀ ਲਾਏ ਜਮਕਾਲ, ਜਮ ਪਿਲਾਉਂਦੇ ਨੇ ਮੌਤ ਦੇ ਫਰਿਸ਼ਤੇ। ਪੀ ਪੀ ਛੇਤੀ ਕਰ, ਕਿਉਂਕਿ ਜਿੰਨੇ ਪਾਪ ਤੂੰ ਵੱਧ ਕਰੇਗਾ ਸਾਨੂੰ ਕੁੱਟਣ ਦਾ ਸਵਾਦ ਉਨਾ ਹੀ ਆਵੇਗਾ। ਜੇ ਤੂੰ ਚੰਗੇ ਕਰਮ ਕਰੇਗਾ ਸਾਡੇ ਹੱਥ ਥੋੜ੍ਹੀ ਆਵੇਗਾ। ਚੰਗੇ ਕਰਮ ਕਰੇਗਾ ਸਵਰਗਾਂ ਨੂੰ ਜਾਏਗਾ, ਨਾਮ ਜਪੇਗਾ ਤੇ ਸੱਚਖੰਡ ਨੂੰ ਜਾਏਗਾ। ਤੇ ਜਮਾਂ ਦੇ ਹੱਥ ਤੇ ਨਾ ਆਇਆ। ਤੇ ਜਮ ਕਹਿੰਦੇ ਨੇ ਵਾਸ਼ਨਾਵਾਂ ਭੋਗ, ਝੂਠ ਬੋਲ ਤਾਂ ਕਿ ਸਾਡੇ ਹੱਥ ਵਿੱਚ ਆਵੇ ਤੇ ਫਿਰ ਤੇਰੀ ਚੰਗੀ ਤਰ੍ਹਾਂ ਸੇਵਾ ਕਰੀਏ। ਅੱਗੇ ਜਮਕਾਲ ਲੇਖਾ ਲੇਵੈ, ਜੋ ਤਿਲ ਕਹਾਣੀ ਪੀੜਾਏ ਦਾ। ਅਨਕਾਏ ਰਾਤੜਿਆ ਵਾੜ ਦੁਹੇਲੀ ਰਾਮ, ਪਾਪ ਕਮਾਉਂਦਿਆ ਤੇਰਾ ਕੋਈ ਨਾ ਬੇਲੀ ਰਾਮ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਜਮਕਾਲ ਜੰਮ ਪਿਆਉਂਦਾ ਹੈ ਮਾੜੇ ਵਕਾਰ, ਮਾੜੇ ਕਰਮਾਂ ਵੱਲ ਜੰਮ ਪ੍ਰੇਰਦਾ ਵੀ ਛੇਤੀ ਕਰ। ਕਲਯੁਗ ਪ੍ਰੇਰਦਾ ਛੇਤੀ ਕਰ, ਮਾੜੇ ਕਰਮ ਜਿੰਨੇ ਹੁੰਦੇ ਕਰ, ਕਿਉਂਕਿ ਤੂੰ ਮੇਰੇ ਕੋਲ ਫਿਰ ਆਵੇਂ। ਐਸੀ ਹਾਲਤ ਹੁੰਦੀ ਹੈ। ਇਤ ਮਦ ਪੀਤਾ ਨਾਨਕਾ ਬਹੁਤੇ ਖੱਟੀਏ ਵਿਕਾਰ। ਪਾਤਸ਼ਾਹ ਕਹਿਣ ਲੱਗੇ ਭਾਈ ਮਰਦਾਨਿਆ ਜਿਹੜੀ ਸ਼ਰਾਬ ਦਾ ਅਸੀਂ ਜ਼ਿਕਰ ਕਰਦੇ ਪਏ ਨਾ, ਇਹਨੂੰ ਪੀ ਕੇ ਤੇ ਵਿਕਾਰ ਹੀ ਖੱਟੇ ਜਾਣਗੇ, ਵਿਕਾਰਾਂ ਦੀ ਕਮਾਈ ਹੋਵੇਗੀ। ਹੁਣ ਜੇ ਧਰਤੀ ਵਿੱਚ ਟੋਇਆ ਮਾਰਾਂਗੇ ਤੇ ਕੀ ਨਿਕਲੇਗਾ? ਮਿੱਟੀ ਨਿਕਲੇਗੀ ਨਾ ਉਤੋਂ। ਇਤ ਮਦ ਪੀਤਾ, ਜੇ ਸ਼ਰਾਬ ਦਾ ਆਪਾਂ ਵਰਣਨ ਕਰ ਰਹੇ ਹਾਂ, ਵਾਸ਼ਨਾ ਦੀ ਕਟੋਰੀ ਹੈ, ਝੂਠ ਦੀ ਭਰੀ ਹੋਈ ਹੈ। ਤੇ ਪਾਤਸ਼ਾਹ ਕਹਿਣ ਲੱਗੇ ਜਦੋਂ ਇਹੋ ਜਿਹਾ ਕੰਮ ਕਰਾਂਗੇ ਤੇ ਫਿਰ ਬਹੁਤੇ ਖਟੀਆ ਵਿਕਾਰ, ਤੇ ਫਿਰ ਤੇ ਵਿਕਾਰਾਂ ਦੀ ਪਾਂਡੀ ਕੋਲ ਰਹਿ ਜਾਣੀ। ਵਿਕਾਰਾਂ ਬਿਨਾਂ ਕੁਝ ਨਹੀਂ ਰਹਿੰਦਾ ਹੈ। ਗਿਆਨ ਗੁੜ ਸਲਾਹ ਮੰਡੇ ਭਉ ਮਾਸ ਆਹਾਰ। ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਹੁਣ ਗੁਰਮੁਖਾਂ ਬਾਰੇ ਦੱਸੋ ਵੀ ਗੁਰਮੁਖ ਕੀ ਕਰਦੇ ਨੇ। ਤੇ ਮਨਮੁਖਾਂ ਦੀ ਹਾਲਤ ਹੈ ਨਾ, ਡੁੱਬੇ ਹੋਏ ਸੰਸਾਰ ਵਿੱਚ ਲੋਕਾਂ ਦੀ ਹਾਲਤ ਹੈ। ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਫਰਮਾਉਂਦੇ ਕਹਿਣ ਲੱਗੇ ਭਾਈ ਮਰਦਾਨਾ ਜੀ ਬਚਨ ਇਹ ਹੈ ਜੋ ਆਪ ਜੀ ਨੂੰ ਅਸੀਂ ਸਰਵਨ ਕਰਵਾ ਰਹੇ ਹਾਂ ਕਿ ਗਿਆਨ ਗੁੜ ਸਲਾਹ ਮੰਡੇ। ਪਰਮਾਤਮਾ ਦੀ ਸਿਫਤ ਕਰਨੀ ਇਹ ਮੰਡੇ ਪ੍ਰਸ਼ਾਦੇ ਨੇ ਗੁਰਮੁਖਾਂ ਦੇ ਕੋਲ। ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ, ਗੁਰੂ ਨਾਨਕ ਸਾਹਿਬ ਦੇ ਬਚਨ ਸਨ। ਇੱਕ ਇਲਾਕੇ ਵਿੱਚ ਮਹਾਰਾਜ ਗਏ ਤੇ ਬਾਹਰ ਖੇਤਾਂ ਵਿੱਚ ਬੈਠ ਗਏ। ਉੱਥੇ ਇੱਕ ਨਿੱਕਾ ਜਿਹਾ ਬੱਚਾ ਆਪਣੇ ਖੇਤਾਂ ਦੀ ਰਾਖੀ ਬੈਠਾ ਸੀ ਵੀ ਰਾਤ ਨੂੰ ਜਾਨਵਰ ਮੇਰੇ ਖੇਤ ਨੂੰ ਉਜਾੜ ਨਾ ਜਾਣ। ਤੇ ਜਦੋਂ ਵੇਖਿਆ ਨਾ ਵੀ ਮਹਾਰਾਜ ਆਏ ਨੇ, ਉਹਨੇ ਆਪਣੀ ਖੇਤੀ ਦੇ ਵਿੱਚੋਂ ਕੁਝ ਸਿੱਟੇ ਜਿਹੜੇ ਸਨ ਪੱਟੇ ਫਸਲ ਦੇ, ਉਹਨਾਂ ਨੂੰ ਭੁੰਨਿਆ ਅੱਗ ਬਾਲ ਕੇ ਤੇ ਥੋੜ੍ਹੇ ਜਿਹੇ ਲਿਆ ਕੇ ਅੱਗੇ ਰੱਖਦੇ। ਉਹਨੇ ਬਾਲਕ ਦੀ ਜਿੰਨੀ ਕੁ ਮੱਤ ਸੀ ਓਨੀ ਕੁ ਸੇਵਾ ਕਰ ਦਿੱਤੀ। ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਹੈ, ਉਹਨਾਂ ਨੇ ਉਹ ਜੋ ਕੁਝ ਰੱਖਿਆ ਸੀ ਨਾ ਲਿਆ ਕੇ ਛੇਤੀ ਨਾਲ ਭਾਈ ਮਰਦਾਨਾ ਜੀ ਖਾ ਗਏ। ਬਾਲਕ ਨੇ ਸੋਚਿਆ ਬੰਦੇ ਤਿੰਨ ਨੇ,
ਇਹ ਤੇ ਜੋ ਮੈਂ ਬਣਾਇਆ ਇੱਕੋ ਬੰਦਾ ਹੀ ਖਾ ਗਿਆ, ਬਾਕੀ ਦੋਵਾਂ ਨੂੰ ਮਿਲਿਆ ਹੀ ਕੁਝ ਨਹੀਂ। ਜੇ ਇੱਕ ਨੂੰ ਭੁੱਖ ਲੱਗੀ ਹੈ ਤੇ ਦੂਜਿਆਂ ਨੂੰ ਵੀ ਤੇ ਲੱਗੀ ਹੋਵੇਗੀ ਨਾ। ਉੱਠ ਕੇ ਘਰ ਨੂੰ ਚੱਲਣ ਲੱਗਾ ਵੀ ਘਰੋਂ ਮਾਂ ਨੂੰ ਕਹਾਂਗਾ ਵੀ ਉਹ ਕੁਝ ਬਣਾਵੇਗੀ ਤੇ ਫਿਰ ਮੈਂ ਲਿਆ ਕੇ ਇਹਨਾਂ ਨੂੰ ਦਿੰਦਾ। ਜਦੋਂ ਉੱਠ ਕੇ ਤੁਰਨ ਲੱਗਾ ਤੇ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਬੱਚੇ ਕਿੱਧਰ ਚੱਲਿਆ? ਕਹਿੰਦਾ ਜੀ ਤੁਹਾਡੇ ਇੱਕ ਸਾਥੀ ਨੇ ਜੋ ਮੈਂ ਬਣਾ ਕੇ ਲਿਆਂਦਾ ਸੀ ਉਹਨੇ ਖਾ ਲਿਆ, ਭੁੱਖ ਤੇ ਤੁਹਾਨੂੰ ਵੀ ਤੇ ਲੱਗੀ ਹੋਵੇਗੀ। ਮੈਂ ਤੁਹਾਡੇ ਵਾਸਤੇ ਘਰੋਂ ਰੋਟੀ ਬਣਾ ਕੇ ਜਾਂ ਜੋ ਵੀ ਸਾਡੇ ਘਰ ਵਿੱਚ ਹੋਵੇਗਾ ਬਣਾ ਕੇ ਲਿਆਉਂਦਾ ਤੁਹਾਡੇ ਖਾਣ ਵਾਸਤੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਕਹਿਣ ਲੱਗੇ ਸੱਥਰ ਤੇਰਾ ਭਉ ਨਿਹਾਲੀ ਭਾਉ ਤੇਰਾ ਪਕਵਾਨ। ਸੱਥਰ ਤੇਰਾ ਲੇਫ ਨਿਹਾਲੀ ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ। ਸਾਨੂੰ ਭੁੱਖ ਨਹੀਂ ਲੱਗੀ ਹੈ, ਅਸੀਂ ਉਹਦੀ ਸਿਫਤ ਵਿੱਚ ਰੱਜੇ ਹੋਏ ਹਾਂ, ਉਹਦੀ ਬੰਦਗੀ ਕਰਕੇ ਸਾਨੂੰ ਰੱਜ ਆ ਗਿਆ। ਐ ਦੇਸ਼ ਦੇ ਬਾਦਸ਼ਾਹ ਸਾਡੇ ਕੋਲ ਬੈਠ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗਰੀਬ ਬੱਚੇ ਨੂੰ ਆਖਿਆ ਤੂੰ ਬਾਦਸ਼ਾਹ ਹੈ, ਆਓ ਬਹੁ ਸੁਲਤਾਨ, ਬਾਦਸ਼ਾਹ ਤੂੰ ਸੇਵਾ ਕੀਤੀ ਹੈ, ਬੈਠ ਸਾਡੇ ਕੋਲ। ਬਚਨ ਗੁਰੂ ਨਾਨਕ ਸਾਹਿਬ ਦਾ ਹੋਵੇ ਤੇ ਉਹ ਗਰੀਬ ਬੱਚਾ ਫਿਰ ਬਾਦਸ਼ਾਹ ਨਾ ਬਣੇ, ਕਿਵੇਂ ਹੋ ਸਕਦਾ? ਬਾਦਸ਼ਾਹ ਬਣ ਗਿਆ। ਪਰ ਬਚਨ ਆਪਾਂ ਇਹ ਸਰਵਣ ਕਰ ਰਹੇ ਹਾਂ ਵੀ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਵੀ ਨਾਨਕ ਸਿਫਤੀ ਰੱਜਿਆ, ਅਸੀਂ ਉਹਦੀ ਸਿਫਤ ਵਿੱਚ ਰੱਜੇ ਹੋਏ ਹਾਂ, ਸਾਨੂੰ ਭੁੱਖ ਨਹੀਂ। ਇੱਥੇ ਮਹਾਰਾਜ ਬਚਨ ਕਰ ਰਹੇ ਨੇ, ਕਹਿਣ ਲੱਗੇ ਸਲਾਹ ਮੰਡੇ, ਜਿਹੜੀ ਪ੍ਰਮਾਤਮਾ ਦੀ ਸਿਫਤ ਕਰਨੀ ਗੁਰਮੁਖਾਂ ਦੇ ਉਹੀ ਪ੍ਰਸ਼ਾਦੇ ਨੇ, ਉਹ ਸਿਫਤ ਕਰਕੇ ਹੀ ਰੱਜ ਗਏ ਨੇ। ਗਿਆਨ ਰੂਪੀ ਉਹਨਾਂ ਦੇ ਕੋਲ ਗੁੜ ਹੈ ਤੇ ਪਾਤਸ਼ਾਹ ਕਹਿੰਦੇ ਭਉ ਰੂਪੀ ਮਾਸ ਹੈ। ਦੁਨੀਆ ਦੇ ਲੋਕ ਤੇ ਮੁਰਗੀ ਤਿੱਤਰ ਬਟੇਰਾ ਕੁਝ ਨਹੀਂ ਨਾ ਛੱਡਦੇ, ਸਭ ਖਾਈ ਜਾਂਦੇ। ਪਰ ਗੁਰਮੁਖਾਂ ਨੇ ਜਿਹੜਾ ਰੱਬ ਦਾ ਡਰ ਮਨ ਵਿੱਚ ਮੰਨਿਆ, ਇਹੋ ਹੀ ਉਹਨਾਂ ਦਾ ਮਾਸ ਹੈ ਵੀ ਜੋ ਮੈਂ ਕਰਾਂਗਾ ਨਾ ਉਹਦਾ ਮੈਨੂੰ ਫਲ ਭੋਗਣਾ ਪਵੇਗਾ, ਉਹਦਾ ਮੈਨੂੰ ਲੇਖਾ ਦੇਣਾ ਪਵੇਗਾ। ਇੱਕ ਆਪਾਂ ਸਾਖੀ ਸਰਵਣ ਕਰਦੇ ਹੁੰਦੇ ਸੀ, ਕਰਦੇ ਵੀ ਹਾਂ, ਵੀ ਇੱਕ ਗੋਲੀ ਰਾਜੇ ਦੀ ਸੇਜਾ ਸਾਫ਼ ਕਰਦਿਆਂ ਕਰਦਿਆਂ ਨੀਂਦ ਆ ਗਈ, ਸੇਜਾ ਉੱਤੇ ਹੀ ਸੌਂ ਗਈ। ਰਾਜੇ ਨੂੰ ਪਤਾ ਲੱਗਾ ਵੀ ਇੱਕ ਗੋਲੀ ਨੌਕਰਾਨੀ ਮੇਰੀ ਸੇਜਾ ਤੇ ਮੇਰੇ ਪਲੰਘੇ ਤੇ ਸੌਂ ਗਈ ਹੈ। ਰਾਜੇ ਨੇ ਨੌਕਰਾਂ ਨੂੰ ਹੁਕਮ ਦਿੱਤਾ, ਕੁੱਟੋ ਚੰਗੀ ਤਰ੍ਹਾਂ ਨੂੰ, ਕੋੜੇ ਮਾਰੋ, ਮੇਰੀ ਸੇਜਾ ਤੇ ਸੁੱਤੀ ਕਿਉਂ ਆ? ਜਦੋਂ ਕੋੜੇ ਵੱਜੇ ਤੇ ਰੋਣ ਲੱਗ ਪਈ, ਰੋਣ ਤੋਂ ਬਾਅਦ ਹੱਸਣ ਲੱਗ ਪਈ। ਰਾਜਾ ਹੈਰਾਨ ਹੋ ਗਿਆ, ਪੁੱਛਿਆ ਰੋਈ ਕਿਉਂ ਹੈ? ਕਹਿੰਦੀ ਜੀ ਮਾਰ ਪਈ ਹੈ, ਔਰ ਮਾਰ ਖਾ ਕੇ ਤੇ ਰੋਵੇਗਾ ਹੀ ਨਾ ਬੰਦਾ, ਜਦੋਂ ਪੀੜ ਹੋਵੇਗੀ ਭੁੜਕੇਗਾ ਥੋੜ੍ਹੀ ਉਹ। ਚੱਲ ਇਹ ਗੱਲ ਤੇ ਸਮਝ ਆ ਗਈ ਵੀ ਮਾਰ ਪਈ ਰੋਈ ਹੈ। ਫਿਰ ਕਹਿੰਦਾ ਵੀ ਹੱਸੀ ਕਿਉਂ ਹੈ? ਕਹਿੰਦੀ ਮੈਂ ਹੱਸੀ ਇਹ ਸੋਚ ਕੇ ਆ ਵੀ ਮੈਂ ਤੇ 5 ਮਿੰਟ ਸੁੱਤੀ ਆ ਤੇ ਮੈਨੂੰ ਇੰਨੇ ਕੋੜੇ ਪੈ, ਤੂੰ ਦਿਨੇ ਰਾਤ ਹੀ ਉਸੇ ਪਲੰਘੇ ਤੇ ਸੁੱਤਾ ਰਹਿਣਾ, ਰੱਬ ਦੀ ਬੰਦਗੀ ਨਹੀਂ ਕਰਦਾ, ਤੈਨੂੰ ਕਿੰਨੇ ਪੈਣਗੇ ਮੈਂ ਇਹ ਸੋਚ ਕੇ ਹੱਸਦੀ ਹਾਂ। ਭਾਵ ਇਹ ਹੈ ਵੀ ਲੇਖਾ ਤੇ ਤੈਨੂੰ ਵੀ ਦੇਣਾ ਪੈਣਾ ਨਾ ਰੱਬ ਦੀ ਦਰਗਾਹ ਦੇ ਵਿੱਚ, ਵੀ ਸੁੱਤਾ ਪਲੰਘੇ ਤੇ ਚੜ੍ਹ ਕੇ ਬੰਦਗੀ ਕੀਤੀ ਨਹੀਂ। ਜਿਸ ਰੱਬ ਨੇ ਤੈਨੂੰ ਐਡੀ ਸੋਹਣੀ ਸੇਜਾ ਦਿੱਤੀ ਹੈ, ਰਾਜ ਭਾਗ ਦਿੱਤਾ, ਤੂੰ ਤੇ ਸ਼ੁਕਰਾਨਾ ਕੀਤਾ ਕੋਈ ਨਹੀਂ ਉਹਦਾ। ਤੇ ਮੈਂ ਸੋਚਿਆ ਵੀ ਮੈਂ ਤੇ 2-5 ਮਿੰਟ ਸੁੱਤੀ ਹਾਂ ਤੇ ਕੋੜੇ ਖਾ ਕੇ ਆਪਣੀ ਜਾਨ ਛੁਡਾ ਲਈ ਹੈ, ਤੂੰ ਸਾਰੀ ਜ਼ਿੰਦਗੀ ਉਹ ਪਲੰਘੇ ਤੇ ਚੜ੍ਹ ਕੇ ਸੌਣਾ, ਤੇਰਾ ਕੀ ਹਾਲ ਹੋਵੇਗਾ? ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਹੈ ਡਰ, ਵੀ ਜੋ ਮੈਂ ਕਰਾਂਗਾ ਨਾ ਉਹਦਾ ਫਲ ਮੈਨੂੰ ਭੋਗਣਾ ਪੈਣਾ, ਇਹ ਡਰ ਹੈ। ਤੇ ਗੁਰਮੁਖ ਇਹ ਡਰ ਸਦਾ ਰੱਖਦੇ ਨੇ।